ਤੇ ਗਿਆਨੀ ਕਰਨਵੀਰ ਸਿੰਘ ਜੀ ਹਾਜ਼ਰ ਹੋ ਗਏ ਹਨ, ਜਿਹੜੇ ਬਹੁਤ ਸਤਿਗੁਰੂ ਦੀ ਕਿਰਪਾ ਨਾਲ ਰਸ ਭਰਪੂਰ ਭਿੱਜ ਕੇ ਕਥਾ ਕਰਦੇ ਹਨ ਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਸੁਣਦੀਆਂ ਵੀ ਹਨ। ਆਓ ਗੁਰਮੁਖ ਪਿਆਰਿਆਂ ਦੇ ਕੋਲੋਂ ਗੁਰੂ ਕੀ ਕਥਾ ਵਿਚਾਰ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਤੇ ਵੀਕਐਂਡ ਦੇ ਪ੍ਰੋਗਰਾਮ ਬਾਰੇ ਆਪ ਸੰਗਤ ਨੂੰ ਪਹਿਲਾਂ ਵੀ ਬੇਨਤੀਆਂ ਕੀਤੀਆਂ ਹਨ ਕਿ 20, 21 ਅਤੇ 22 ਮਈ ਸ਼ੁੱਕਰਵਾਰ, ਸ਼ਨੀਵਾਰ, ਐਤਵਾਰ। ਸ਼ੁੱਕਰ ਸ਼ਨੀਵਾਰ ਸ਼ਾਮ ਨੂੰ 6 ਤੋਂ 9 ਵਜੇ ਤੱਕ ਤੇ ਐਤਵਾਰ ਸਵੇਰੇ 9 ਤੋਂ 1 ਵਜੇ ਤੱਕ। ਇਸ ਸਮੇਂ ਦੌਰਾਨ ਵੀ ਸੰਗਤਾਂ ਨੇ ਵੱਧ ਚੜ੍ਹ ਕੇ ਗੁਰੂ ਘਰ ਵਿਖੇ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦ ਨਿਰੰਜਨ ਹੈ ਗੁਰ ਨਾਨਕ, ਧਾਰ ਕੇ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਾਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰ ਨਾਨਕ ਸਾਹਿਬ, ਧਾਰ ਕੇ ਮੂਰਤ ਹੈ ਜਗ ਆਇਓ। ਜੋਤ ਰੂਪ ਹਰਿ ਆਪ, ਗੁਰੂ ਨਾਨਕ ਕਹਾਇਓ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤ ਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ, ਗੁਰ ਰਾਮਹਿ ਦੀਓ। ਗੁਰ ਰਾਮਦਾਸ ਦਰਸ਼ਨ ਪਰਸ, ਕਹਿ ਮਥੁਰਾ ਅੰਮ੍ਰਿਤ ਬੈਨ। ਮੂਰਤ ਪੰਚ ਪ੍ਰਮਾਣ ਪੁਰਖ, ਗੁਰ ਅਰਜੁਨ ਭਿਖਹੁ ਨੈਨ। ਲਾਜ ਰਖੋ ਨਿਜ ਨਾਮਹਿ ਕੀ, ਸਿੱਖ ਜਗ ਮੈਂ ਤੁਮਰੋ ਕਹਿਲਾਵਤ। ਤੁਮ ਬਖਸ਼ੰਦ ਸਦਾ ਸੁਖਦਾਇਕ, ਮੋਹਿ ਮਨ ਨਾਹਿ ਬਿਖੈ ਛੁਟਕਾਵਤ। ਗੁਰੂ ਬਚਨ ਪਾਲਿਓ ਨਹੀਂ, ਸਿੰਘ ਮਨ ਕੋ ਨਹੀਂ ਮਾਰ। ਗੁਰ ਬਚਨ ਸਿੰਘ ਕੀ ਬੇਨਤੀ, ਲਾਜ ਤੋਹਿ ਨਿਰੰਕਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹੱਲਾ ਨਾਵਾ, ਪਾਪੀ ਹੀਐ ਮੈਂ ਕਾਮ ਬਸਾਏ। ਮਨ ਚੰਚਲ ਯਾ ਤੇ ਕਹਿਓ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਾਗਦੀ ਜੋਤ, ਚਵਰ ਤਖਤ ਛਤਰ ਸਿੰਘਾਸਣ ਦੇ ਮਾਲਕ, ਗਰੀਬ ਨਿਵਾਜ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਹਜੂਰ ਨੇ ਬੇਅੰਤ ਅਪਾਰ ਕਿਰਪਾ ਕੀਤੀ ਹੈ। ਸਤ ਸੰਗਤ ਦੀਆਂ ਘੜੀਆਂ ਹਜੂਰ ਨੇ ਬਖਸ਼ੀਆਂ ਹਨ, ਵੱਡੇ ਭਾਗ ਹਨ। ਮਹਾਰਾਜ ਜੀ
ਹਰ ਰੋਜ਼ ਦੀ ਤਰ੍ਹਾਂ ਜਿਸ ਤਰ੍ਹਾਂ ਕਿਰਪਾ ਕਰਦੇ ਹਨ। ਸਾਧ ਸੰਗਤ ਜੀ, ਕੱਲ ਛੋਟੇ ਘੱਲੂਘਾਰੇ ਦਾ ਦਿਵਸ ਸੀ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ ਕਿ ਕਾਹਨੂੰਵਾਨ ਦੀ ਜੋ ਛੰਭ ਸੀ, ਜਿੱਥੇ ਸਾਧ ਸੰਗਤ ਜੀ ਕੌਮ ਦੇ ਮਹਾਨ ਜੋ ਸਾਧ ਸੰਗਤ ਜੀ ਗੁਰਸਿੱਖ ਸਿੱਖਣੀਆਂ ਸਨ, ਬਜ਼ੁਰਗ ਸਨ, ਬੱਚੇ ਸਨ, ਬੇਅੰਤ ਗਿਣਤੀ ਦੇ ਵਿੱਚ ਸ਼ਹੀਦ ਕੀਤੇ ਗਏ। ਜੋ ਲਖਪਤ ਰਾਏ ਹੈ, ਇਸ ਦਾ ਪਿਛੋਕੜ ਜਿਸ ਤਰ੍ਹਾਂ ਆਉਂਦਾ ਹੈ, ਇਸ ਦਾ ਜੋ ਭਰਾ ਸੀ ਜਸਪਤ ਰਾਏ, ਜੋ ਸਾਧ ਸੰਗਤ ਜੀ ਹਜੂਰ ਦੇ ਗੁਰਸਿੱਖ ਬੜੇ ਦਿਨਾਂ ਤੋਂ ਥੱਕੇ ਗੁਰਦੁਆਰਾ ਰੋੜੀ ਸਾਹਿਬ ਜੋ ਏਮਨਾਬਾਦ ਸਾਹਿਬ ਜੀਆਂ ਦੀ ਧਰਤੀ ਤੇ ਹੈ, ਜਿਸ ਬਾਬਤ ਜ਼ਿਕਰ ਆਉਂਦਾ ਹੈ, ਰੇਤ ਅੱਕ ਆਹਾਰ ਕਰ ਰੋੜਾਂ ਕੀ ਗੁਰ ਕੀ ਵਿਛਾਈ, ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰ ਸਿਉ ਬਣ ਆਈ। ਜਿਸ ਜਗ੍ਹਾ ਤੇ ਗੁਰੂ ਕੇ ਸਿੰਘਾਂ ਨੇ ਆ ਕੇ ਪੜਾਅ ਕੀਤਾ, ਕਈ ਦਿਨਾਂ ਦੇ ਭੁੱਖੇ ਤੇ ਆਏ ਗੁਰਸਿੱਖ ਲੰਗਰ ਤਿਆਰ ਕਰ ਰਹੇ ਸਨ ਆਪਣੀ ਕਿਰਤ ਕਮਾਈਆਂ ਵਿੱਚੋਂ। ਜਸਪਤ ਰਾਏ ਹਾਥੀ ਤੇ ਚੜ੍ਹ ਕੇ ਆਉਂਦਾ ਹੈ, ਬੜੇ ਹੀ ਕਠਿਨ ਬਚਨ ਬੋਲਦਾ ਹੈ, ਸਖਤ ਬਚਨ ਬੋਲਦਾ ਹੈ, ਕਹਿੰਦਾ ਹੈ ਤੁਸੀਂ ਇੱਥੋਂ ਉੱਠ ਕੇ ਚਲੇ ਜਾਵੋ। ਸਿੰਘ ਕਹਿੰਦੇ ਹਨ, ਜਸਪਤ ਰਾਏ ਅਸੀਂ ਆਪਣੇ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਤੇ ਅਸਥਾਨ ਤੇ ਬੈਠੇ ਹਾਂ, ਅਸੀਂ ਚਲੇ ਹੀ ਜਾਣਾ ਹੈ, ਬਸ ਪ੍ਰਸ਼ਾਦਾ ਪਾਣੀ ਛਕ ਕੇ ਬਸ ਕੁਝ ਹੀ ਸਮੇਂ ਬਾਅਦ ਕੁਝ ਕੁ ਚਿਰ ਪੜਾਅ ਕਰਕੇ ਫਿਰ ਅੱਗੇ ਚਲੇ ਜਾਵਾਂਗੇ। ਇਹ ਕਹਿੰਦਾ ਸੀ, ਆ ਤਾਂ ਗਏ ਹੋ ਪਰ ਹੁਣ ਜਾਵੋਗੇ ਕਿਵੇਂ? ਇਸ ਨੇ ਬਚਨ ਕਹੇ, ਤੁਹਾਡੇ ਕੇਸਾਂ ਦੇ ਰੱਸੇ ਵੱਟ ਕੇ ਮੈਂ ਲਾਹੌਰ ਦੇ ਦਰਬਾਰ ਵਿੱਚ ਚਿਣਾਵਾਂਗਾ। ਕਹਿੰਦਾ ਸੀ, ਭਾਈ ਮਣੀ ਸਿੰਘ ਜੀਆਂ ਦੀ ਸ਼ਹਾਦਤ ਬਾਰੇ ਸਾਧ ਸੰਗਤ ਜੀ ਇਸ ਨੇ ਬੜੇ ਕਠਿਨ ਬਚਨ ਕਹੇ। ਉਸੇ ਸਮੇਂ ਹੀ ਸਾਧ ਸੰਗਤ ਜੀ ਸਿੰਘਾਂ ਨੇ ਪ੍ਰਸ਼ਾਦਾ ਵਿੱਚੇ ਹੀ ਜਿਸ ਤਰ੍ਹਾਂ ਛੱਡ ਦਿੱਤਾ। ਹਜੂਰ ਦੇ ਸਿੰਘਾਂ ਨੇ ਜਿਸ ਸਮੇਂ ਕੇਸਾਂ ਦੀ ਬਿਅਬਦੀ ਬਾਰੇ ਬਚਨ ਸੁਣੇ, ਧੰਨ ਭਾਈ ਮਣੀ ਸਿੰਘ ਜੀਆਂ ਬਾਬਤ ਇਸ ਨੇ ਜੋ ਸਖਤ ਬਚਨ ਕਹੇ ਸੀ, ਜਰੇ ਨਾ ਗਏ। ਭਾਈ ਨਿਬਾਹੂ ਸਿੰਘ ਜੀ ਜ਼ਿਕਰ ਆਉਂਦਾ ਹੈ, ਜਿਨ੍ਹਾਂ ਦੀ ਤਸਵੀਰ ਥੱਲੇ ਲੰਗਰ ਹਾਲ ਵਿੱਚ ਵੀ ਲੱਗੀ ਹੈ। ਹਾਥੀ ਦੀ ਪਿੱਛੋਂ ਪੂਛ ਪਕੜ ਕੇ ਉਸੇ ਸਮੇਂ ਹੀ ਉੱਤੇ ਚੜ੍ਹ ਕੇ ਇਸ ਜਸਪਤ ਰਾਏ ਦਾ ਜੋ ਸੀਸ ਸੀ ਧੜ ਨਾਲੋਂ ਅਲੱਗ ਕਰ ਦਿੱਤਾ। ਧੜ ਹਾਥੀ ਤੇ ਪਿਆ ਹੀ ਰਹਿ ਗਿਆ ਤੇ ਸੀਸ ਹਾਥੀ ਤੋਂ ਪਰਾਂ ਉਹ ਗੇਂਦ ਵਾਂਗੂ ਸੱਟ ਦਿੱਤਾ ਸੂਰਮੇ ਨੇ। ਸਿੰਘਾਂ ਨੇ ਬਿਗਲ ਵਜਾ ਦਿੱਤਾ ਜੰਗ ਦਾ। ਇਹ ਸਾਧ ਸੰਗਤ ਜੀ, ਇਸ ਤੋਂ ਉਪਰੰਤ ਇਹ ਖਬਰ ਇਸ ਦੇ ਭਰਾ ਲਖਪਤ ਰਾਏ ਨੂੰ ਮਿਲਦੀ ਹੈ। ਉਹ ਲਾਹੌਰ ਦਰਬਾਰ ਵਿੱਚ ਜਾ ਕੇ ਕਹਿੰਦਾ ਹੈ, ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਦਾ ਨਾਮ ਲੈ ਕੇ ਇੱਕ ਉਹ ਖੱਤਰੀ ਹਨ ਜਿਨ੍ਹਾਂ ਨੇ ਸਿੱਖੀ ਪੰਥ ਸ਼ੁਰੂ ਕੀਤਾ ਹੈ। ਇੱਕ ਮੈਂ ਖੱਤਰੀ ਲਖਪਤ ਰਾਏ ਕਹਿੰਦਾ ਹੈ, ਮੈਂ ਸਿੱਖਾਂ ਦਾ ਪੰਥ ਹੀ ਜੋ ਸਿੱਖੀ ਹੈ ਇਹ ਦੁਨੀਆ ਤੋਂ ਨਾਸ਼ ਕਰ ਦੇਵਾਂਗਾ। ਇਸ ਨੇ ਸਾਧ ਸੰਗਤ ਜੀ ਜ਼ਕਰੀਆ ਖਾਨ ਨਾਲ ਰਲ ਕੇ ਜਿਸ ਤਰ੍ਹਾਂ ਫਰਮਾਨ ਜਾਰੀ ਕਰਾਏ, ਬੜਾ ਹੀ ਸਾਧ ਸੰਗਤ ਜੀ ਉਹ ਔਖਾ ਸਮਾਂ ਜਿਨ੍ਹਾਂ ਨੂੰ ਆਪਾਂ ਯਾਦ ਕਰਕੇ ਕਹਿੰਦੇ ਹਾਂ, ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ, ਧਨ ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਭਰੋਸਾ ਕੇਸਾਂ ਸਵਾਸਾ ਸੰਗ ਨਿਭਾਇਆ। ਜਿਨ੍ਹਾਂ ਮਾਵਾਂ ਨੇ ਆਪਣੇ ਪੁੱਤਰ ਗਲ ਵਿੱਚ ਹਾਰ ਬਣਾ ਕੇ ਪਵਾਏ, ਤਿੰਨਾਂ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸਮੂਹ ਸ਼ਹੀਦ ਸਿੰਘਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਸ਼੍ਰੀ ਵਾਹਿਗੁਰੂ। ਐਸਾ ਸਾਧ ਸੰਗਤ ਜੀ ਉਸ ਸਮੇਂ ਜ਼ਿਕਰ ਆਉਂਦਾ ਹੈ। ਇਸ ਨੇ ਲਖਪਤ ਰਾਏ ਨੇ ਕੋਤਵਾਲੀ ਵੀ ਆਪਣੇ ਅਧੀਨ ਕਰ ਲਈ। ਲਾਹੌਰ ਦਰਬਾਰ ਵਿੱਚ ਸਿੱਖਾਂ ਦੇ ਸੀਸ ਦੇ ਮੁੱਲ ਪੈਣ ਲੱਗੇ, ਜਿਸ ਤਰ੍ਹਾਂ ਸਿੰਘਾਂ ਦੇ ਸੀਸ ਦਾ ਮੁੱਲ ਪੈਂਦਾ ਸੀ। ਦੱਸਣ ਵਾਲੇ 10 ਰੁਪਈਏ, ਮਾਰਨ ਵਾਲੇ 50। ਜੇ ਕੋਈ 10 ਵੀ ਪਾਉਂਦਾ ਸੀ ਉਸ ਨੂੰ ਵੀ ਜਿਸ ਤਰ੍ਹਾਂ ਮਾਇਆ ਮਿਲਦੀ ਸੀ, ਇਸਤਰੀ ਦੇ ਸੀਸ ਤੇ ਵੀ ਉੱਥੇ ਮੁੱਲ ਪੈਣ ਲੱਗੇ। ਐਸਾ ਭਿਆਨਕ ਸਮਾਂ ਗੁਰਦੁਆਰਾ ਸਿੰਘ ਸਿੰਘਣੀਆਂ, ਸ਼ਹੀਦ ਸਿੰਘ ਸਿੰਘਣੀਆਂ ਜੋ ਲਾਹੌਰ ਵਿਖੇ ਅੱਜ ਵੀ ਹੈ, ਉਸੇ ਜਗ੍ਹਾ ਤੇ ਸਾਧ ਸੰਗਤ ਜੀ ਜੋ ਮੀਰ ਮੰਨੂ ਦੀ ਵਾਹਿਗੁਰੂ ਜੇਲ੍ਹ ਹੈ, ਸਵਾ ਮਣ ਬੀਬੀਆਂ ਨੇ ਜਿੱਥੇ ਆਟਾ ਪੀਸਿਆ ਸੀ, ਖੰਨੀ ਰੋਟੀ ਤੇ ਗੁਜ਼ਾਰਾ ਕੀਤਾ।
ਐਸਾ ਸਾਧ ਸੰਗਤ ਜੀ ਬੀਬੀਆਂ ਦਾ ਸਿਦਕ, ਉਸ ਜਗ੍ਹਾ ਤੇ ਬੀਬੀਆਂ ਦੇ ਜੋ ਕੁਛੜ ਬੱਚੇ ਸਨ ਉਹਨਾਂ ਦੇ ਹੱਥ ਪੈਰ ਤੋੜ ਕੇ ਹਾਰ ਬਣਾ ਕੇ ਉਹਨਾਂ ਦੇ ਗਲੇ ਵਿੱਚ ਪਵਾਏ ਗਏ। ਜਿਸ ਸਮੇਂ ਜਰਵਾਣੇ ਪੁੱਛਦੇ ਹਨ, ਬੀਬੀਓ ਤੁਹਾਨੂੰ ਡਰ ਨਹੀਂ ਲੱਗਦਾ, ਤੁਹਾਡੇ ਪੁੱਤਰ ਸ਼ਹੀਦ ਕੀਤੇ ਜਾ ਰਹੇ ਹਨ? ਅੱਗੋਂ ਸਿਦਕ ਵਾਲੀਆਂ ਮਾਵਾਂ ਹੱਸ ਕੇ ਕਹਿੰਦੀਆਂ ਹਨ, ਕਹਾ ਭਇਓ ਜੋ ਤਨ ਭਇਓ ਛਿਨ ਛਿਨ, ਪ੍ਰੇਮ ਜਾਏ ਤੋ ਡਰਪੋ ਤੇਰੋ ਜਨ। ਕਿੱਡੀ ਕੁ ਗੱਲ ਹੈ ਜੇ ਤੁਸੀਂ ਸਾਡੇ ਪੁੱਤਰਾਂ ਦੇ ਟੋਟੇ ਟੋਟੇ ਕਰ ਰਹੇ ਹੋ। ਸਾਨੂੰ ਮਾਣ ਮਹਿਸੂਸ ਹੁੰਦਾ ਕਿ ਹਜੂਰ ਦੇ ਦਰਬਾਰ ਵਿੱਚ ਪ੍ਰਵਾਨ ਹੋਏ ਹਨ। ਹਮ ਕਾਰਨ ਗੁਰ ਕੁਲ ਹੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਹਜੂਰ ਨੇ ਸਾਡੀ ਖਾਤਰ ਇੱਕ ਵੀ ਆਪਣਾ ਸਾਹਿਬਜ਼ਾਦਾ ਲੁਕੋ ਕੇ ਨਾ ਸੀ ਰੱਖਿਆ, ਅਸੀਂ ਆਪਣੀ ਕੁਲ ਅੱਗੇ ਰੱਖ ਲਈਏ। ਕਿੱਡੀ ਕੁ ਵਡਿਆਈ ਵਾਲੀ ਗੱਲ ਹੋਵੇਗੀ। ਐਸਾ ਸਿਦਕ ਮਾਵਾਂ ਵਿੱਚ ਤੱਕਿਆ। ਮਾਵਾਂ ਕਹਿੰਦੀਆਂ ਹਨ, ਵੱਡਾ ਹੋਇਆ ਕਿਤੇ ਗੁਰਸਿੱਖੀ ਤੋਂ ਪਤਿਤ ਨਾ ਹੋ ਜਾਂਦਾ। ਮਾਣ ਮਹਿਸੂਸ ਕੀਤਾ ਮਾਵਾਂ ਨੇ ਹਜੂਰ ਦੇ। ਆਜ ਖਾਲਸਾ ਖਾਸ ਭਇਓ ਸਤਿਗੁਰ ਕੇ ਦਰਬਾਰ। ਅੱਜ ਹਜੂਰ ਦੇ ਦਰਬਾਰ ਵਿੱਚ ਮੇਰਾ ਪੁੱਤਰ ਪ੍ਰਵਾਨ ਹੋਇਆ ਹੈ। ਉੱਥੇ ਹੀ ਸਾਧ ਸੰਗਤ ਜੀ ਇੰਨਾ ਕਸ਼ਟ ਸਹਿ ਕੇ ਵੀ ਜਰਵਾਣੇ ਹੈਰਾਨ ਹੁੰਦੇ ਸਨ ਜਦੋਂ ਗੁਰਸਿੱਖ ਅਰਦਾਸ ਸੋਧਦੇ ਸਨ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਇੰਨੇ ਤਸੀਹੇ ਸਹਿ ਕੇ ਵੀ ਖਾਲਸੇ ਨੇ ਸਰਬੱਤ ਦਾ ਭਲਾ ਮੰਗਿਆ ਹੈ। ਐਸਾ ਹਜੂਰ ਦਾ ਸਿੱਖੀ ਪੰਥ ਜੋ ਸਦਾ ਹੀ ਸਰਬੱਤ ਦਾ ਭਲਾ ਮੰਗਦਾ ਹੈ, ਸੰਤਾਂ ਦਾ ਰਛਕ ਹੈ ਤੇ ਜ਼ਾਲਮ ਦਾ ਪਖਣ ਕਰਦਾ ਹੈ। ਉੱਥੇ ਹੀ ਸਾਧ ਸੰਗਤ ਜੀ ਫਿਰ ਇਹਨਾਂ ਨੂੰ ਖਾਲਸੇ ਨੇ ਸਾਧ ਸੰਗਤ ਜੀ ਖਾਲਸਾਈ ਰਵਾਇਤਾਂ ਅਨੁਸਾਰ ਜਿੱਦਾਂ ਸਜ਼ਾਵਾਂ ਦਿੱਤੀਆਂ। ਕਾਹਨੂੰਵਾਨ ਦੀ ਛੰਭ ਵਿੱਚ ਜਿਸ ਤਰ੍ਹਾਂ ਸਾਧ ਸੰਗਤ ਜੀ ਛੋਟੇ ਘੱਲੂ ਘਾਰੇ ਦਾ ਜੋ ਕੱਲ ਦਿਵਸ ਜੋ ਸਾਧ ਸੰਗਤ ਜੀ ਬਤੀਤ ਹੋਇਆ ਹੈ, ਸਿੰਘ ਇੱਥੇ ਡੇਰਾ ਕੀਤਾ ਸੀ। ਅੱਜ ਉੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਪਾਸ ਜਲ ਦਾ ਵੀ ਸਾਧ ਸੰਗਤ ਜੀ ਸੋਮਾ ਹੈ ਇੱਕ। ਉਦੋਂ ਸਿੰਘਾਂ ਨੇ ਇੱਥੇ ਪੜਾਅ ਕੀਤਾ। ਇਹਨਾਂ ਨੂੰ ਪਤਾ ਲੱਗਾ ਤਾਂ ਇਹਨਾਂ ਨੇ ਵਾਹਿਗੁਰੂ ਤਾਂ ਸਾਧ ਸੰਗਤ ਜੀ ਉਸ ਸਮੇਂ ਇਹਨਾਂ ਨੇ ਅੱਗ ਲਾ ਦਿੱਤੀ ਜੰਗਲਾਂ ਨੂੰ। ਉਸ ਨਾਲ ਹੀ ਸਿੰਘਾਂ ਦਾ ਭਾਰੀ ਮਾਤਰਾ ਦੇ ਵਿੱਚ ਜਿਸ ਤਰ੍ਹਾਂ ਸ਼ਹੀਦ ਹੋਏ ਸਿੰਘ, ਉਹ ਮਹਾਨ ਕੌਮ ਦੇ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਵੀ ਬੇਅੰਤ ਵਾਰ ਪ੍ਰਣਾਮ ਹੈ। ਕੁਝ ਸਿੰਘ ਫਿਰ ਸਾਧ ਸੰਗਤ ਜੀ ਉੱਥੋਂ ਜੰਗਲ ਦੇਸ਼ ਨੂੰ ਚਲੇ ਗਏ। ਜਿਸ ਸਮੇਂ ਸਿੰਘਾਂ ਨੇ ਤੱਕਿਆ ਐਸੀ ਜ਼ਿੰਦਗੀ ਨਾਲੋਂ ਮਰ ਜਾਣਾ ਹੀ ਪ੍ਰਵਾਨ ਹੈ, ਸ਼ਹੀਦ ਹੋਣਾ ਉਹਨਾਂ ਨੇ ਮਨ ਵਿੱਚ ਲੋਚ ਲਿਆ ਮਨਾ। ਐਸੇ ਜਿਉਣ ਨਾਲੋਂ ਭਾਵ ਧਿਕਾਰ ਹੈ ਐਸੀ ਜ਼ਿੰਦਗੀ ਤੇ। ਸਾਡੇ ਬੱਚੇ ਇਸਤਰੀਆਂ ਹੀ ਨਹੀਂ ਸੇਫ, ਸਾਡੇ ਬਜ਼ੁਰਗ ਹੀ ਕਹਿੰਦੇ ਹਨ ਜਿਨ੍ਹਾਂ ਨੂੰ ਤਸੀਹੇ ਮਿਲ ਰਹੇ ਹਨ। ਐਸਾ ਰੋਹਬ ਆਇਆ ਖਾਲਸੇ ਦੇ ਵਿੱਚ। ਖਾਲਸੇ ਨੇ ਲਾਹੌਰ ਤੇ ਚੜ੍ਹਾਈ ਕਰ ਦਿੱਤੀ। ਲਾਹੌਰ ਤੇ ਚੜ੍ਹਾਈ ਕਰਕੇ ਲਖਪਤ ਰਾਏ ਨੂੰ ਫਿਰ ਜਿਸ ਤਰ੍ਹਾਂ ਸਾਧ ਸੰਗਤ ਜੀ ਜਿਹਨੇ ਆਪਣੇ ਸੀਸ ਤੋਂ ਪੱਗ ਲਾ ਕੇ ਰੱਖ ਦਿੱਤੀ ਸੀ ਦੀਵਾਨ ਵਾਲੀ, ਕਹਿੰਦਾ ਸੀ ਉਸ ਸਮੇਂ ਮੈਂ ਆਪਣੇ ਸੀਸ ਤੇ ਪੱਗ ਸਜਾਵਾਂਗਾ ਜਿਸ ਸਮੇਂ ਮੈਂ ਸਿੱਖਾਂ ਦਾ ਭਾਵ ਨਾਸ਼ ਕਰ ਦੇਵਾਂਗਾ, ਕੋਈ ਵੀ ਸਿੱਖ ਨਹੀਂ ਦਿਖੇਗਾ। ਇਸ ਲੱਖੂ ਨੂੰ ਸਾਧ ਸੰਗਤ ਜੀ ਬੰਨ੍ਹ ਕੇ ਅੰਮ੍ਰਿਤਸਰ ਸਾਹਿਬ ਜੀਆਂ ਦੀ ਧਰਤੀ ਤੇ ਲੈ ਕੇ ਆਂਦਾ। ਜਿਸ ਤਰ੍ਹਾਂ ਫਿਰ ਇਸ ਦੀ ਮੌਤ ਹੋਈ, ਸਿੰਘਾਂ ਨੇ ਟੋਇਆ ਖੱਟ ਕੇ ਜ਼ਮੀਨ ਦੇ ਵਿੱਚ ਉੱਪਰ ਸਾਧ ਸੰਗਤ ਜੀ ਸਭ ਨੂੰ ਕਿਰਿਆ ਕਰਨ ਵਾਸਤੇ ਆਖਿਆ। ਐਸੀ ਭੈੜੀ ਮੌਤ ਖਾਲਸੇ ਨੇ ਇਸ ਨੂੰ ਮਾਰਿਆ। ਇਹ ਸਾਧ ਸੰਗਤ ਜੀ ਕੱਲ ਦਾ ਦਿਨ ਜੋ ਛੋਟਾ ਘੱਲੂ ਘਾਰੇ ਦੇ ਨਾਲ ਪੰਥ ਯਾਦ ਕਰਦਾ ਹੈ, ਸਮੂਹ ਸ਼ਹੀਦ ਸਿੰਘਾਂ ਨੂੰ ਬੇਅੰਤ ਵਾਰ ਪ੍ਰਣਾਮ ਹੈ। ਆਓ ਸਾਧ ਸੰਗਤ ਜੀ ਜਿਸ ਤਰ੍ਹਾਂ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਹਰ ਰੋਜ਼ ਕਿਰਪਾ ਕਰਦੇ ਹਨ। ਮਹਾਰਾਜ ਜੀ ਅੱਜ ਜਿਸ ਤਰ੍ਹਾਂ ਬਸੰਤ ਰਾਗ ਵਿੱਚ ਸ਼ਬਦ ਉਚਾਰਨ ਕਰਦੇ ਹਨ, ਮਨ ਚਿੱਤ ਬਿਰਤੀਆਂ ਕਾਗਰ ਕਰਕੇ ਹਜੂਰ ਦੇ ਚਰਨਾਂ ਕਮਲਾਂ ਦਾ ਧਰੀਏ ਧਿਆਨ। ਹਜੂਰ ਬਾਬਾ ਬਕਾਲਾ ਸਾਹਿਬ ਜੀਆਂ ਦੀ ਧਰਤੀ ਨੂੰ ਭਾਗ ਲਾ ਰਹੇ ਹਨ। ਜਿਸ ਸਮੇਂ ਇਹ ਸਾਧ ਸੰਗਤ ਜੀ ਜ਼ਿਕਰ ਆਉਂਦਾ ਹੈ, ਹਜੂਰ ਪ੍ਰਗਟ ਨਾ ਸੀ ਹੋਣਾ ਚਾਹੁੰਦੇ। ਇਹ 22 ਮੰਜੀਆਂ ਲਾ ਕੇ ਜੋ ਪਹਿਲਾਂ ਪਖੰਡੀ ਬੈਠ ਗਏ ਸਨ, ਮੱਖਣ ਸ਼ਾਹ ਸਾਧ ਸੰਗਤ ਜੀ ਜਿਸ ਤਰ੍ਹਾਂ ਇਸ ਦੀ ਝੋਲੀ ਵਿੱਚ ਹਜੂਰ ਨੇ ਸੇਵਾ ਪਾਈ ਸੀ ਪ੍ਰਗਟ ਹੋਣ ਦੀ, 22 ਮੰਜੀਆਂ ਲਾ ਕੇ ਜਿੱਦਾਂ ਇਹ ਬੈਠੇ, ਇਹਨਾਂ ਨੇ ਅੱਗੇ ਆਪਣੇ ਸੇਵਾਦਾਰ ਰੱਖੇ ਸੀ ਕਿ ਜਾ ਕੇ ਪ੍ਰਚਾਰ ਕਰਨ ਕਿ ਅਸਲੀ ਗੁਰੂ ਇੱਥੇ ਹੈ। ਧੀਰਮਲ ਦੇ ਅੱਗੇ ਵੀ ਮਸੰਦ ਧੀਰਮਲ ਨਾਲ ਰਲ ਕੇ ਧੀਰਮਲ ਨੂੰ ਗੁਰੂ ਬਣਾਉਣਾ ਚਾਹੁੰਦੇ ਸੀ। ਇੱਧਰ ਸਾਧ ਸੰਗਤ ਜੀ ਜਿਸ ਸਮੇਂ ਮਾਤਾ ਨਾਨਕੀ ਜੀਆਂ ਨੇ ਤੱਕਿਆ ਹੈ ਕਿ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਜੂਰ ਆਪਣੀ ਮੌਜ ਵਿੱਚ ਰਹਿੰਦੇ ਹਨ, ਕਦੇ ਕਿਸੇ ਨੂੰ ਹਜੂਰ ਨੇ ਕਿਹਾ ਹੀ ਨਹੀਂ
ਕਿਉਂਕਿ ਸਾਧ ਸੰਗਤ ਜੀ ਮਾਲਕ ਨੂੰ ਲੋੜ ਨਹੀਂ ਹੁੰਦੀ ਦੱਸਣ ਦੀ ਕਿ ਮੈਂ ਮਾਲਕ ਹਾਂ। ਤਾਂ ਉਸ ਸਮੇਂ ਮਾਤਾ ਨਾਨਕੀ ਜੀਆਂ ਨੇ ਜਿਸ ਸਮੇਂ ਤੱਕਿਆ ਸਾਡੇ ਪੁੱਤਰ ਤਾਂ ਕੁਝ ਅਜਿਹਾ ਕਰ ਨਹੀਂ ਰਹੇ, ਤਾਂ ਕੁਝ ਗੁਰਸਿੱਖਾਂ ਨੂੰ ਬਾਹਰ ਭੇਜਣ ਦੀ ਜਿਸ ਤਰ੍ਹਾਂ ਮਾਤਾ ਜੀਆਂ ਨੇ ਆਖਿਆ ਕਿ ਤੁਸੀਂ ਵੀ ਜਾ ਕੇ ਕਹੋ ਕਿ ਅਸਲੀ ਗੁਰੂ ਇੱਥੇ ਬੈਠੇ ਹਨ। ਉਸ ਸਮੇਂ ਹਜੂਰ ਨੂੰ ਜਦੋਂ ਪਤਾ ਲੱਗਾ, ਹਜੂਰ ਨੇ ਕਿਹਾ ਸੀ ਜਿਸ ਕਿਸੇ ਨੇ ਵੀ ਐਸਾ ਕਾਰਜ ਕੀਤਾ ਉਸ ਦਾ ਪਰਲੋਕ ਵਿੱਚ ਮੂੰਹ ਕਾਲਾ ਕਰਾਂਗੇ। ਜਿਸ ਸਮੇਂ ਮੱਖਣ ਸ਼ਾਹ ਨੂੰ ਪਤਾ ਲੱਗਾ ਕਿ ਅਸਲੀ ਗੁਰੂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਹਨ, ਜਦੋਂ ਹਜੂਰ ਦੇ ਅੱਗੇ ਆ ਕੇ ਅਰਦਾਸ ਕੀਤੀ ਸੀ ਤਾਂ ਹਜੂਰ ਨੇ ਮਨ ਦੀ ਗੱਲ ਦੱਸ ਦਿੱਤੀ ਸੀ ਮੱਖਣ ਸ਼ਾਹ ਦੀ। ਮੱਖਣ ਸ਼ਾਹ ਨੂੰ ਠੰਡ ਪੈ ਗਈ। ਉਸ ਸਮੇਂ ਮਾਤਾ ਜੀਆਂ ਨੇ ਜਿਸ ਤਰ੍ਹਾਂ ਗੁਰਸਿੱਖਾਂ ਨੇ ਆਖਿਆ ਕਿ ਹਜੂਰ ਨੇ ਆਖਿਆ ਹੈ ਕਿ ਉਸ ਦਾ ਪ੍ਰਲੋਕ ਦੇ ਵਿੱਚ ਮੂੰਹ ਕਾਲਾ ਕਰਾਂਗੇ ਜਿਸ ਨੇ ਸਾਨੂੰ ਪ੍ਰਗਟ ਕੀਤਾ। ਉਸ ਸਮੇਂ ਸਾਧ ਸੰਗਤ ਜੀ ਆਪਣੇ ਆਪ ਹੀ ਮੱਖਣ ਸ਼ਾਹ ਗੁਰੂ ਘਰ ਦੇ ਜਿਸ ਤਰ੍ਹਾਂ ਚੁੱਲ੍ਹੇ ਵਿੱਚੋਂ ਜਾ ਕੇ ਆਪਣਾ ਮੂੰਹ ਕਾਲਾ ਕਰਕੇ ਹਜੂਰ ਅੱਗੇ ਆ ਜਾਂਦਾ ਹੈ। ਮੱਖਣ ਸ਼ਾਹ 500 ਫੌਜ ਦਾ ਜਿਸ ਤਰ੍ਹਾਂ ਸਾਧ ਸੰਗਤ ਜੀ ਮਾਲਕ ਹੈ, 500 ਫੌਜ ਜੋ ਸਿਪਾਹੀ ਇਸ ਦੇ ਨਾਲ ਰਹਿੰਦੇ ਹਨ, ਤਾਂ ਆਪਣਾ ਮੂੰਹ ਕਾਲਾ ਕਰਕੇ ਜਿਸ ਸਮੇਂ ਹਜੂਰ ਦੇ ਪਾਸ ਆਉਂਦਾ ਹੈ, ਹਜੂਰ ਆਪਣੀਆਂ ਅੱਖਾਂ ਪਲਕਾਂ ਹਜੂਰ ਥੱਲੇ ਨੂੰ ਝੁਕਾਉਂਦੇ ਹਨ, ਤਾਂ ਹਜੂਰ ਦਾ ਇਸ਼ਾਰਾ ਸਮਝ ਕੇ ਮੱਖਣ ਸ਼ਾਹ ਜਿਸ ਤਰ੍ਹਾਂ ਫਿਰ ਕੋਠੇ ਤੇ ਚੜ੍ਹ ਕੇ ਕਹਿੰਦਾ ਹੈ ਸਾਚਾ ਗੁਰ ਲਾਧੋ ਰੇ, ਗੁਰ ਲਾਧੋ ਰੇ, ਹੋਕਾ ਲਾਉਂਦਾ ਹੈ। ਮਹਾਰਾਜ ਜੀ ਤਖਤ ਤੇ ਸੱਜ ਬੈਠਦੇ ਹਨ। ਗੁਰਸਿੱਖ ਸੰਗਤਾਂ ਹਜੂਰ ਦੇ ਦਰਸ਼ਨ ਕਰਦੀਆਂ ਹਨ। ਸਾਧ ਸੰਗਤ ਜੀ ਉਸ ਸਮੇਂ ਜਦੋਂ ਕੁਝ ਗੁਰਸਿੱਖ ਸੰਗਤ ਵਿੱਚੋਂ ਉੱਠਦੇ ਹਨ, ਹਜੂਰ ਦੇ ਅੱਗੇ ਅਰਦਾਸ ਕਰਦੇ ਹਨ, ਮਹਾਰਾਜ ਜੀ ਕਲਯੁਗ ਦਾ ਭਾਰੀ ਸਮਾਂ ਹੈ। ਮਹਾਰਾਜ ਜੀ ਜੋ ਇਹ ਕਾਮ ਵਾਸ਼ਨਾ ਹੈ ਹਜੂਰ ਜੀਵਾਂ ਨੂੰ ਬਹੁਤ ਤੰਗ ਕਰਦੀ ਹੈ। ਮਹਾਰਾਜ ਜੀ ਇਹ ਕਲਯੁਗ ਦਾ ਸਮਾਂ ਹੋਣ ਕਰਕੇ ਇਹ ਜੀਵ ਕਾਮ ਵਾਸ਼ਨਾ ਤੋਂ ਕਿਵੇਂ ਬਚਣ। ਹਜੂਰ ਕਾਮ ਵਾਸ਼ਨਾ ਬਹੁਤ ਪ੍ਰਬਲ ਹੈ, ਪਤਾ ਹੀ ਨਹੀਂ ਲੱਗਣ ਦਿੰਦੀ। ਮਹਾਰਾਜ ਜੀ ਆਪ ਕਿਰਪਾ ਕਰਕੇ ਦੱਸੋ ਹਜੂਰ ਇਸ ਤੋਂ ਕਿਵੇਂ ਬਚਿਆ ਜਾਵੇ। ਤਾਂ ਬਸੰਤ ਮਹੱਲਾ ਨਾਵਾ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਸੰਤ ਰਾਗ ਦੇ ਵਿੱਚ ਸਾਧ ਸੰਗਤ ਜੀ ਜਿਸ ਤਰ੍ਹਾਂ ਕਿਰਪਾ ਕਰਦੇ ਹਨ, ਆਓ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਹਜੂਰ ਦੇ ਦਰਬਾਰ ਦਾ ਧਰੀਏ ਧਿਆਨ। ਦੋਨੋਂ ਹੱਥ ਜੋੜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਸੰਤ ਮਹੱਲਾ ਨਾਵਾ। ਬਸੰਤ ਰਾਗ ਦੇ ਵਿੱਚ ਮਹੱਲਾ ਨਾਵਾ ਧੰਨ ਧੰਨ ਜਾਗਦੀ ਜੋਤ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਾਧ ਸੰਗਤ ਜੀ ਕਿਰਪਾ ਕਰ ਰਹੇ ਹਨ। ਸਿੰਘਾਂ ਨੇ ਪੁੱਛਿਆ ਹੈ ਮਹਾਰਾਜ ਜੀ ਕਾਮ ਵਾਸ਼ਨਾ ਮਹਾਰਾਜ ਜੀ ਇਹਦੇ ਕਰਕੇ ਮਨ ਹਰ ਵੇਲੇ ਭਰਮ 'ਚ ਰਹਿੰਦਾ ਹੈ। ਕਲਯੁਗ ਦਾ ਭਿਆਨਕ ਸਮਾਂ ਹੈ ਮਹਾਰਾਜ ਜੀ, ਇਸ ਤੋਂ ਮੁਕਤ ਕਿਵੇਂ ਹੋਇਆ ਜਾਵੇ, ਕਾਮ ਵਾਸ਼ਨਾ ਤੋਂ ਕਿਵੇਂ ਮੁਕਤ ਹੋਇਆ ਜਾਵੇ। ਤਾਂ ਹਜੂਰ ਕਿਰਪਾ ਕਰਦੇ ਹਨ ਪਾਪੀ ਹੀਐ ਮੈਂ ਕਾਮ ਬਸਾਏ। ਇਹ ਜੋ ਜੀਵ ਹੈ ਮਹਾਰਾਜ ਜੀ ਕਹਿੰਦੇ ਹਨ ਕਿ ਇਸ ਦੇ ਜੋ ਕੀਤੇ ਹੋਏ ਪਾਪ ਕਰਮ ਹਨ, ਭੈੜੇ ਖਿਆਲ ਹਨ, ਉਸ ਦੇ ਕਰਕੇ ਇਹ ਸਦਾ ਹੀ ਆਪਣੇ ਹਿਰਦੇ ਦੇ ਵਿੱਚ ਕਾਮ ਇਸ ਦੇ ਵਸਿਆ ਰਹਿੰਦਾ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਪਾਸ ਜਿਸ ਸਮੇਂ ਕਲਯੁਗ ਆਇਆ ਸੀ, ਕਲਯੁਗ ਨੇ ਐਸਾ ਰੂਪ ਧਾਰਨ ਕੀਤਾ, ਇੱਕ ਹੱਥ ਦੇ ਵਿੱਚ ਆਪਣੀ ਉਸਨੇ ਜੀਭਾ ਪਕੜੀ ਸੀ ਤੇ ਦੂਸਰੇ ਹੱਥ ਦੇ ਵਿੱਚ ਆਪਣੀ ਭਾਵ ਇੰਦਰੀ ਪਕੜੀ ਸੀ ਕਲਯੁਗ ਨੇ। ਜਿਸ ਸਮੇਂ ਭਾਈ ਮਰਦਾਨਾ ਜੀ ਪੁੱਛਦੇ ਹਨ ਹਜੂਰ ਇਹ ਕੀ ਕਾਰਨ ਹੈ, ਉਸ ਸਮੇਂ ਕਲਯੁਗ ਨੇ ਦੱਸਿਆ ਸੀ ਮਹਾਰਾਜ ਜੀ ਇਹ ਜੀਵ ਅਤੇ ਜੋ ਇੰਦਰੀ ਦਾ ਰਸ ਹੈ, ਇੱਕ ਤਾਂ ਖਾਣ ਪੀਣ ਦਾ ਰਸ ਤੇ ਦੂਸਰਾ ਇਹ ਵਿਸ਼ਿਆਂ ਦਾ ਰਸ, ਕਾਮ ਵਾਸ਼ਨਾ ਦਾ ਰਸ। ਕਲਯੁਗ ਦੇ ਵਿੱਚ ਮਹਾਰਾਜ ਜੀ ਇਹਨਾਂ ਤੋਂ ਕੋਈ ਨਹੀਂ ਬਚ ਸਕਦਾ। ਮੈਂ ਕਲਯੁਗ ਵਿੱਚ ਐਸਾ ਪ੍ਰਭਾਵ ਪਾਵਾਂਗਾ। ਅੱਜ ਦੇਖਿਆ ਜਾਂਦਾ ਹੈ ਸਭ ਅਪੱਖ ਚੀਜ਼ਾਂ ਖਾਂਦੇ ਹਨ, ਸਭ ਕਿਤੇ ਵੀ ਮੂੰਹ ਮਾਰਦੇ ਹਨ। ਇਹ ਕਲਯੁਗ ਨੇ ਦੱਸਿਆ ਸੀ, ਪਰ ਉਸ ਦੀ ਕੰਬਲ ਵਿੱਚ ਮੋਰੀਆਂ ਵੀ ਸੀ। ਉਸ ਸਮੇਂ ਹਜੂਰ ਨੇ ਆਖਿਆ ਸੀ ਸਾਡੇ ਗੁਰਸਿੱਖ ਸ਼ਬਦ ਦੀ ਓਟ ਲੈ ਕੇ ਜੋ ਕਲਯੁਗ
ਤੈਨੂੰ ਭਾਰੀ ਨਹੀਂ ਪੈਣ ਦਿਆ ਕਰਨਗੇ। ਮਹਾਰਾਜ ਜੀ ਜਿਸ ਤਰ੍ਹਾਂ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਮੋਹ ਮਲ ਬੇਵਸ ਕੀਓ, ਕਾਮ ਗਹਿ ਕੇਸ ਪਛਾੜਿਓ। ਜਿਹੜੇ ਕਾਮ ਨੇ ਲੋਕਾਂ ਨੂੰ ਕੇਸਾਂ ਤੋਂ ਪਕੜ ਕੇ ਪਛਾੜ ਛੱਡਿਆ ਹੈ। ਬਾਜਾਂ ਵਾਲੇ ਪਿਤਾ ਜੀ ਸਾਧ ਸੰਗਤ ਜੀ ਜਿਸ ਤਰ੍ਹਾਂ ਜ਼ਿਕਰ ਕਰਦੇ ਹਨ, ਕਲਯੁਗ ਦੇ ਲੱਛਣਾਂ ਵਿੱਚ ਲਿਖਦੇ ਹਨ, ਅਧਰਮ ਕਰਮ ਕਹਿ ਹੈ, ਨਾ ਭੂਲ ਨਾਮ ਲੈ ਹੈ। ਐਸਾ ਕਲਯੁਗ ਦਾ ਸਮਾਂ ਆਵੇਗਾ, ਲੋਕ ਜਿਹੜੇ ਨਾ ਕੀਤੇ ਜਾਣ ਵਾਲੇ ਕਰਮ ਹੋਣਗੇ ਉਹ ਕਰਨਗੇ। ਜੇ ਕਿਸੇ ਨੂੰ ਆਖਿਆ ਜਾਵੇ ਸਤ ਸੰਗਤ ਕਰਿਆ ਕਰ, ਸਤ ਸੰਗਤ ਕਹਿਣਾ ਤਾਂ ਕੀ ਹੈ, ਹਜੂਰ ਕਹਿੰਦੇ ਹਨ ਭੁੱਲ ਕੇ ਵੀ ਨਾਮ ਨਹੀਂ ਲਿਆ ਕਰਨਗੇ। ਕਿਸੂ ਨਾ ਦਾਨ ਦੇ ਹੈ, ਸੋ ਸਾਧ ਲੂਟ ਲੈ ਹੈ। ਮਹਾਰਾਜ ਜੀ ਕਹਿੰਦੇ ਹਨ ਦਾਨ ਪੁੰਨ ਤਾਂ ਕਿਸੇ ਨੂੰ ਵੀ ਨਹੀਂ ਦੇਣਗੇ, ਸਗੋਂ ਧਾਰਮਿਕ ਅਸਥਾਨਾਂ ਨੂੰ ਹੀ ਲੁੱਟਣਾ ਸ਼ੁਰੂ ਕਰ ਦੇਣਗੇ। ਅਪਾਖ ਬੈਨ ਭਖ ਹੈ, ਜਿਹੜੇ ਨਾ ਕਹਿਣ ਵਾਲੇ ਬਚਨ ਹੋਣਗੇ, ਗੰਦੀ ਭਾਸ਼ਾ ਬੋਲਣਗੇ। ਅਪਾਖ ਜਿਹੜੀ ਨਾ ਭਖੀ ਜਾਣ ਵਾਲੀ, ਭਾਵ ਨਾ ਕਹਿਣ ਵਾਲੇ ਬਚਨ, ਐਸੇ ਬਚਨ ਮਹਾਰਾਜ ਜੀ ਕਹਿੰਦੇ ਹਨ ਸੰਸਾਰੀ ਜੀਵ ਬੋਲਣਗੇ। ਕਿਸੂ ਨਾ ਕਾਣ ਰਾਖੈ, ਕਿਸੇ ਦਾ ਡਰ ਨਹੀਂ ਮਨ ਵਿੱਚ ਰੱਖਿਆ ਕਰਨਗੇ ਗੰਦੇ ਬਚਨ ਬੋਲਣ ਲੱਗਿਆਂ ਵੀ। ਅਧਰਮ ਕਰਮ ਕਹਿ ਹੈ, ਮਹਾਰਾਜ ਜੀ ਕਹਿੰਦੇ ਹਨ ਜਿਸ ਤਰ੍ਹਾਂ ਅਧਰਮ ਜਿਹੜੇ ਨਾ ਕੀਤੇ ਜਾਣ ਵਾਲੇ, ਜਿਹੜੇ ਕਰਮਾਂ ਨੂੰ ਕਰਨ ਦੀ ਧਰਮ ਸਿੱਖਿਆ ਨਹੀਂ ਦਿੰਦਾ, ਜਿਹੜੇ ਧਰਮ ਰੋਕ ਲਾਉਂਦਾ ਹੈ ਕਿ ਆਹ ਕੰਮ ਨਹੀਂ ਕਰਨੇ, ਹਜੂਰ ਕਹਿੰਦੇ ਹਨ ਉਹ ਬੜੇ ਖੁਸ਼ੀ ਨਾਲ ਕਰਨਗੇ। ਨਾ ਤਾਤ ਮਾਤ ਡਰ ਹੈ, ਨਾ ਹੀ ਮਾਤਾ ਪਿਤਾ ਤੋਂ ਡਰਿਆ ਕਰਨਗੇ। ਐਸੇ ਕਰਮ ਕਰਿਆ ਕਰਨਗੇ ਕਲਯੁਗ ਦੇ ਵਿੱਚ, ਕੁਕਰਮ ਕਰਮ ਲਾਗੇ, ਸੋ ਧਰਮ ਛਾੜ ਭਾਗੇ। ਐਸੇ ਕੁਕਰਮ ਕਰਨ ਲੱਗ ਜਾਣਗੇ ਕਿ ਜੋ ਸ੍ਰੇਸ਼ਟ ਧਰਮ ਦੇ ਕੰਮ ਹਨ ਉਹਨਾਂ ਨੂੰ ਤਾਂ ਮਾਨੋ ਕਿ ਛੱਡ ਕੇ ਹੀ ਭੱਜ ਜਾਣਗੇ। ਸੋ ਕਾਮ ਕ੍ਰੋਧ ਰਾਚੇ, ਉਤਾਰ ਲਾਜ ਨਾਚੇ। ਮਹਾਰਾਜ ਜੀ ਕਹਿੰਦੇ ਹਨ ਇਹ ਕਲਯੁਗ ਦੇ ਜੀਵ ਕਾਮ ਤੇ ਕ੍ਰੋਧ ਵਿੱਚ ਰਚੇ ਜਾਣਗੇ। ਜੇ ਅੱਜ ਦੇਖਿਆ ਜਾਵੇ ਤਾਂ ਅਕਾਰਨ ਹੀ ਕ੍ਰੋਧ, ਈਰਖਾ ਕਰਦਾ ਹੈ ਜੀਵ ਦੂਸਰੇ ਬੰਦੇ ਦੇ ਨਾਲ, ਗੁੱਸੇ ਵਿੱਚ ਰਹਿੰਦਾ ਹੈ। ਕਿਉਂਕਿ ਜੇ ਸ਼ਬਦ ਦੀ ਕਮਾਈ ਕੀਤੀ ਹੁੰਦੀ ਤਾਂ ਮਨ ਵਿੱਚ ਸ਼ਾਂਤੀ ਆਉਂਦੀ। ਕਾਮ ਵਾਸ਼ਨਾ ਜੋ ਇੰਨੀ ਪ੍ਰਬਲ ਹੈ, ਮਹਾਰਾਜ ਜੀ ਕਹਿੰਦੇ ਹਨ ਇਹਨਾਂ ਵਿੱਚ ਜੀਵ ਰਚੇ ਰਹਿਣਗੇ। ਉਤਾਰ ਲਾਜ ਨਾਚੇ, ਲੱਜਾ ਛੱਡ ਕੇ ਫਿਰ ਨੱਚਣਗੇ। ਬੇਸ਼ਰਮ ਹੋ ਕੇ ਸਾਧ ਸੰਗਤ ਜੀ ਜਿਸ ਤਰ੍ਹਾਂ ਨੱਚਦੇ ਹਨ, ਪਾਏ ਪ੍ਰਤੱਖ ਵੀ ਜੇ ਦੇਖਿਆ ਜਾਵੇ, ਇੱਕ ਤਾਂ ਇਹ ਵਿਸ਼ੇ ਨਚਾਉਂਦੇ ਹਨ, ਪਤਾ ਹੀ ਨਹੀਂ ਲੱਗਣ ਦਿੰਦੇ ਕਦੋਂ ਜੀਵ ਕਾਮ ਵਾਸ਼ਨਾ ਵਿੱਚ ਡਿੱਗ ਜਾਂਦਾ ਹੈ, ਕਦੋਂ ਗੁੱਸਾ ਆਉਂਦਾ ਹੈ। ਇਹ ਜੀਵ ਇਸ ਨੂੰ ਨਚਾਉਂਦੇ ਹਨ। ਤੇ ਜੇ ਬਾਹਰ ਦੇਖਿਆ ਜਾਵੇ, ਹਜੂਰ ਦੇ ਕਕਾਰ ਧਾਰਨ ਕੀਤੇ ਹੁੰਦੇ ਹਨ ਵਿਆਹਾਂ ਸ਼ਾਦੀਆਂ ਤੇ, ਉਸੇ ਤਰ੍ਹਾਂ ਜਿਸ ਤਰ੍ਹਾਂ ਵੇਸ਼ਵਾਵਾਂ ਦੇ ਨਾਲ ਸਾਧ ਸੰਗਤ ਜੀ ਨੱਚਦੇ ਹਨ। ਇਹ ਮਹਾਰਾਜ ਜੀ ਕਹਿੰਦੇ ਹਨ ਕਾਮ ਕ੍ਰੋਧ ਰਾਚੇ, ਉਤਾਰ ਲਾਜ ਨਾਚੇ। ਇਹ ਹਜੂਰ ਨੇ ਸਾਧ ਸੰਗਤ ਜੀ ਜਿਸ ਤਰ੍ਹਾਂ ਕਲਯੁਗ ਦੇ ਲੱਛਣ ਕਹੇ ਹਨ, ਉੱਥੇ ਹੀ ਜਿਹੜੀ ਸਾਧ ਸੰਗਤ ਜੀ ਤਿੰਨ ਚੀਜ਼ਾਂ ਮੰਨੀਆਂ ਜਾਂਦੀਆਂ ਹਨ, ਭੁੱਖ, ਨੀਂਦ ਤੇ ਵਿਸ਼ੇ। ਇਹ ਬੰਦਾ ਸਾਧ ਸੰਗਤ ਜੀ ਜਿੰਨੇ ਮਰਜ਼ੀ ਵਧਾ ਸਕਦਾ ਹੈ, ਜਿੰਨੇ ਮਰਜ਼ੀ ਘਟਾ ਸਕਦਾ ਹੈ ਜੇ ਹਜੂਰ ਕਿਰਪਾ ਕਰਨ। ਪਰ ਜੇ ਜੀਵਨ ਦੇਖੇ ਜਾਣ, ਸੁਣਨੇ ਸਾਧ ਸੰਗਤ ਜੀ ਗਾਣੇ, ਵੇਖਣੀਆਂ ਫਿਲਮਾਂ, ਫਿਰ ਹਜੂਰ ਦੇ ਪਾਸ ਆ ਕੇ ਕਹਿਣਾ ਮਹਾਰਾਜ ਜੀ ਵਿਸ਼ੇ ਬੜੇ ਪ੍ਰਬਲ ਨੇ। ਹਜੂਰ ਕਹਿੰਦੇ ਹਨ ਤੂੰ ਧਰਮ ਵਾਲੀ ਤਾਂ ਕੋਈ ਕਰਮ ਹੀ ਨਹੀਂ ਕੀਤਾ, ਚਾਹੁਣਾ ਤਾਂ ਤੂੰ ਐ ਹੈ ਸਾਰਾ ਜੱਗ ਤੈਨੂੰ ਗਿਆਨੀ ਜੀ ਕਵੇ, ਭਾਵ ਤੈਨੂੰ ਗੁਰਮੁਖ ਕਵੇ, ਪਰ ਤੂੰ ਗੁਰਮੁਖਾਂ ਵਾਲੇ ਕਦੇ ਕੰਮ ਹੀ ਨਹੀਂ ਕੀਤੇ। ਹਜੂਰ ਦੇ ਅੱਗੇ ਜਿਸ ਤਰ੍ਹਾਂ ਗੁਰਸਿੱਖ ਅਰਦਾਸ ਕਰਦੇ ਹਨ, ਧਰਮ ਦੇ ਪੱਖ ਤੋਂ ਸਾਧ ਸੰਗਤ ਜੀ ਇਸ ਦਾ ਗਿਆਨ ਹੋਣਾ ਵੀ ਬੜਾ ਜ਼ਰੂਰੀ ਹੈ। ਜਿਸ ਸਮੇਂ ਸਾਧ ਸੰਗਤ ਜੀ ਪਤਾ ਲੱਗਦਾ ਹੈ, ਜਿਸ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ ਜੇ ਲੱਖ ਇਸਤਰੀਆਂ ਭੋਗ ਕਰੈ, ਨਵ ਖੰਡ ਰਾਜ ਕਮਾਏ। ਜੇ ਬੰਦਾ ਲੱਖ ਇਸਤਰੀਆਂ ਨਾਲ ਵੀ ਭੋਗ ਕਰ ਲਵੇ, ਇਹ 9 ਖੰਡ ਦੀ ਪ੍ਰਿਥਵੀ ਸਾਰੇ ਦਾ ਜੇ ਇਸ ਨੂੰ ਰਾਜ ਮਿਲ ਜਾਵੇ, ਬਿਨ ਸਤਿਗੁਰ ਸੁਖ ਨਾ ਪਾਵਈ, ਫਿਰ ਜੋਨੀ ਪਾਹੇ। ਮਹਾਰਾਜ ਜੀ ਕਹਿੰਦੇ ਹਨ ਸਤਿਗੁਰਾਂ ਦੀ ਸ਼ਰਨ ਤੋਂ ਬਿਨਾਂ ਤੈਨੂੰ ਸੁਖ ਨਹੀਂ ਮਿਲਣਾ, ਚਾਹੇ ਤੂੰ ਇੱਕ ਨਹੀਂ ਲੱਖ ਇਸਤਰੀਆਂ ਭੋਗ ਲਾ। ਥੋੜਾ ਰਾਜ ਨਹੀਂ ਕਿਸੇ ਪਿੰਡ ਦਾ ਜਾਂ ਕਿਸੇ ਕੰਟਰੀ ਦਾ, ਇਹ 9 ਖੰਡ ਦੀ ਪ੍ਰਿਥਵੀ ਦਾ ਤੂੰ ਰਾਜ ਕਰ ਲਾ। ਹਜੂਰ ਦੀ ਸ਼ਰਨ ਤੋਂ ਬਿਨਾਂ ਤੈਨੂੰ ਸੁਖ ਨਹੀਂ ਮਿਲ ਸਕਦਾ। ਕਿਉਂਕਿ ਸਾਧ ਸੰਗਤ ਜੀ ਇਹ ਵਿਸ਼ੇ ਤਾਂ ਛੁੱਟਦੇ ਹਨ ਜਦੋਂ ਉਸ ਤੋਂ ਵੀ ਵੱਡਾ ਬੰਦੇ ਨੂੰ ਕਿਤੋਂ ਆਨੰਦ ਮਿਲੇ। ਇਹ ਸਾਧ ਸੰਗਤ ਜੀ ਜਦੋਂ ਨਾਮ ਜਪੀਏ
ਉਦੋਂ ਪਤਾ ਲੱਗਦਾ ਹੈ ਮਣਾ। ਜਿਨ੍ਹਾਂ ਜਪਿਆ ਹੈ ਉਹਨਾਂ ਦੇ ਚਿਹਰੇ ਦੱਸਦੇ ਹਨ ਕਿੱਦਾਂ ਖੜਾ ਦੇ ਸਹਿਤ ਹੁੰਦੇ ਹਨ, ਨੇਤਰਾਂ ਦੇ ਵਿੱਚ ਗੁਰਸਿੱਖੀ ਚੱਲਦੀ ਹੈ। ਉਹਨਾਂ ਦੇ ਚਿਹਰੇ ਵੱਲ ਤੱਕ ਕੇ ਪਤਾ ਲੱਗਦਾ ਹੈ ਕਿ ਕੈਸੇ ਅਕੈ ਸੁੱਖ ਦੇ ਵਿੱਚ ਇਹ ਮਹਾਂਪੁਰਸ਼ ਰਹਿੰਦੇ ਹਨ। ਜਦੋਂ ਸਾਧ ਸੰਗਤ ਜੀ ਵੱਡਾ ਸੁੱਖ ਪ੍ਰਾਪਤ ਹੁੰਦਾ ਹੈ, ਮਹਾਰਾਜ ਜੀ ਕਹਿੰਦੇ ਹਨ ਇਹ ਜੋ ਛੋਟੇ ਸੁੱਖ ਹਨ, ਨਿਮਖ ਕਾਮ ਸੁਆਰਥ ਕਾਰਨ ਕੋਟ ਦਿਵਸ ਦੁੱਖ ਪਾਏ। ਜਿਸ ਤਰ੍ਹਾਂ ਪਾਵੈ ਹੈ ਮਹਾਰਾਜ ਜੀਆਂ ਦੀ ਗੁਰਬਾਣੀ ਜਿਸ ਤਰ੍ਹਾਂ ਦੱਸਦੀ ਹੈ, ਥੋੜੇ ਜਿਹੇ ਕਾਮ ਦੇ ਸੁਆਰਥ ਕਰਕੇ ਬੰਦਾ ਕਰੋੜਾਂ ਦਿਨ ਫਿਰ ਜਿਸ ਤਰ੍ਹਾਂ ਦੁੱਖ ਪਾਉਂਦਾ ਹੈ। ਘੜੀ ਮੋਹਤ ਰੰਗ ਮਾਣੈ ਫਿਰ ਬਹੁਰ ਬਹੁਰ ਪਛਤਾਵੈ। ਥੋੜਾ ਸਮਾਂ ਆਨੰਦ ਹੁੰਦਾ ਹੈ ਇਹਨਾਂ ਵਿਸ਼ਿਆਂ ਦਾ, ਫਿਰ ਹਜੂਰ ਕਹਿੰਦੇ ਹਨ ਇਸ ਨੂੰ ਭਾਰੀ ਦੁੱਖ ਜਿਸ ਤਰ੍ਹਾਂ ਮਿਲਦੇ ਹਨ। ਜੈਸਾ ਸੰਗ ਹਜੂਰ ਨੇ ਇੱਥੋਂ ਤਿੱਕਰ ਕਹਿ ਦਿੱਤਾ ਹੈ, ਜੇ ਤੂੰ ਪਰਾਇਆ ਘਰਾਂ ਨੂੰ ਤੱਕਦਾ ਹੈ, ਪਰਾਇਆ ਘਰਾਂ ਵਿੱਚ ਜਾਂਦਾ ਹੈ, ਜਿਸ ਤਰ੍ਹਾਂ ਸੱਪ ਦੇ ਨਾਲ ਯਾਰੀ ਲਾਉਣੀ ਹੋਵੇ, ਜੈਸਾ ਸੰਗ ਬਿਸਿਰ ਸਿਉ ਹੈ ਰੇ ਤੈਸੋ ਹੀ ਇਹ ਪਰ ਗ੍ਰਹਿ। ਇਸੇ ਤਰ੍ਹਾਂ ਹੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਉਂਦੇ ਹਨ ਕਿ ਪਰਾਏ ਗ੍ਰਹਿ ਜੇ ਤੱਕਣੇ, ਪਰਾਏ ਘਰ ਤੱਕਣੇ। ਇਸੇ ਤਰ੍ਹਾਂ ਦਾ ਹੀ ਇਹਨਾਂ ਨਾਲ ਪਰਾਏ ਗ੍ਰਹਿਾਂ ਨਾਲ ਯਾਰੀ ਲਾਉਣੀ। ਜੇ ਤੂੰ ਸੋਚਦਾ ਹੈ ਮੈਨੂੰ ਕੋਈ ਨਹੀਂ ਤੱਕਦਾ ਸੰਸਾਰ ਦੇ ਵਿੱਚ, ਹਜੂਰ ਕਹਿੰਦੇ ਹਨ ਅੰਦਰ ਬਹਿ ਕੇ ਕਰਮ ਕਮਾਵੈ ਸੋ ਚੋਹ ਕੁੰਡੀ ਜਾਣੀਐ। ਹਜੂਰ ਕਹਿੰਦੇ ਹਨ ਜੇ ਤੂੰ ਅੰਦਰ ਬਹਿ ਕੇ ਕਹਿੰਦਾ ਹੈ ਮੈਨੂੰ ਕੋਈ ਨਹੀਂ ਵੇਖਦਾ, ਇੱਕ ਦਿਨ ਆਉਂਦਾ ਹੈ ਤੇਰੇ ਜਿਹੜੇ ਕੀਤੇ ਹੋਏ ਕਰਮ ਚਾਰਾਂ ਕੁੰਡਾਂ ਦੇ ਵਿੱਚ ਜਾਣੇ ਜਾਂਦੇ ਹਨ। ਜੋ ਧਰਮ ਕਮਾਵੈ ਤਿਸ ਧਰਮ ਨਾਉ ਹੋਵੈ, ਪਾਪ ਕਮਾਣੈ ਪਾਪੀ ਜਾਣੀਐ। ਮਹਾਰਾਜ ਜੀ ਕਹਿੰਦੇ ਹਨ ਜੋ ਧਰਮ ਦੇ ਕਰਮ ਕਰਦੇ ਹਨ ਉਹਨਾਂ ਨੂੰ ਧਰਮੀ ਜਾਣਿਆ ਜਾਂਦਾ ਹੈ। ਕਰਦਾ ਤਾਂ ਤੂੰ ਪਾਪ ਹੈ ਤੇ ਚਾਹੁੰਦਾ ਹੈ ਕਵੇ ਤੈਨੂੰ ਗੁਰਸਿੱਖ, ਕੋਈ ਗੁਰਮੁਖ ਕਵੇ। ਮਹਾਰਾਜ ਜੀ ਕਹਿੰਦੇ ਹਨ ਜੇ ਪਾਪ ਕਰੇਗਾ ਪਾਪੀ ਕਹਾਇਆ ਜਾਵੇਗਾ। ਇਸੇ ਤਰ੍ਹਾਂ ਕਈਆਂ ਦਾ ਖਿਆਲ ਹੁੰਦਾ ਹੈ ਮਹਾਰਾਜ ਜੀ ਤਾਂ ਹਰੇਕ ਵਿੱਚ ਵਸਦੇ ਹਨ, ਪਰ ਹਜੂਰ ਜਿਸ ਤਰ੍ਹਾਂ ਕਹਿੰਦੇ ਹਨ ਭੋਗੀ ਹਿਰਦੈ ਉਦਾਸ। ਜੋ ਸਾਧ ਸੰਗਤ ਜੀ ਅਕਾਲ ਪੁਰਖ ਵਾਹਿਗੁਰੂ ਹਰੇਕ ਜੀਵ ਵਿੱਚ ਵਸਦਾ ਹੈ, ਪਰ ਜਿਸ ਤਰ੍ਹਾਂ ਧਾਰਮਿਕ ਗ੍ਰੰਥ ਕਹਿੰਦੇ ਹਨ ਜੋ ਭੋਗ ਭੋਗਦੇ ਹਨ, ਹਜੂਰ ਉਹਨਾਂ ਦੇ ਹਿਰਦੇ ਵਿੱਚ ਉਦਾਸ ਹੁੰਦੇ ਹਨ, ਉਹਨਾਂ ਨੂੰ ਕਦੇ ਪ੍ਰਗਟ ਨਹੀਂ ਹੁੰਦੇ। ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਗਤ ਨਹੀਂ ਏਕੈ ਜਾਨੀ। ਮਹਾਰਾਜ ਜੀ ਜਿਸ ਤਰ੍ਹਾਂ ਕੋਈ ਭਗਤ ਕਬੀਰ ਜੀ ਪਾਸ ਕੁਛ ਸਾਧੂ ਮਹਾਤਮਾ ਆਉਂਦੇ ਹਨ, ਜਿਸ ਤਰ੍ਹਾਂ ਬੇਨਤੀ ਕਰਦੇ ਹਨ, ਕਹਿੰਦੇ ਹਨ ਸਾਨੂੰ ਕੋਈ ਗੁਰਭਾਵ ਜੋਗੀ ਕਵੇ, ਸਾਨੂੰ ਕੋਈ ਬੜਾ ਵਿਦਵਾਨ ਕਵੇ। ਉਸ ਸਮੇਂ ਭਗਤ ਜੀ ਕਹਿੰਦੇ ਹਨ ਤੁਹਾਡਾ ਜੋ ਹਿਰਦਾ ਹੈ ਇਹ ਕਾਮ ਕ੍ਰੋਧ ਤੇ ਤ੍ਰਿਸ਼ਨਾ ਵਿੱਚ ਜਿਸ ਤਰ੍ਹਾਂ ਗੁਲਤਾਨ ਹੈ, ਤੁਸੀਂ ਵਾਹਿਗੁਰੂ ਨੂੰ ਮਿਲਣ ਦੀ ਗਤੀ ਜਾਣੀ ਨਹੀਂ। ਫੂਟੀ ਆਂਖੈਂ ਕਛੂ ਨਾ ਸੂਝੈ ਬੂੜ ਮੂਏ ਬਿਨ ਪਾਣੀ। ਜਿਸ ਤਰ੍ਹਾਂ ਸਾਧ ਸੰਗਤ ਜੀ ਜਿੰਦੀਆਂ ਅੱਖਾਂ ਹੀ ਫੁੱਟੀਆਂ ਹੋਣ, ਭਾਵ ਇੱਕ ਅੱਖ ਪਰਮਾਰਥ ਦੀ ਮੰਨੀ ਜਾਂਦੀ ਹੈ, ਧਰਮ ਦੇ ਰਸਤੇ ਤੇ ਚੱਲਣ ਦੀ। ਧਰਮ ਦਾ ਤਾਂ ਰਸਤਾ ਸਾਧ ਸੰਗਤ ਜੀ ਕਦੇ ਕਮਾਇਆ ਹੀ ਨਹੀਂ। ਦੂਸਰੀ ਅੱਖ ਸ਼ਰਧਾ ਦੀ ਸੀ, ਹਜੂਰ ਦੇ ਬਚਨਾਂ ਤੇ ਸ਼ਰਧਾ ਕਰਨੀ ਸੀ, ਪਰ ਮਹਾਰਾਜ ਜੀ ਕਹਿੰਦੇ ਹਨ ਦੋਨੋਂ ਅੱਖਾਂ ਹੀ ਫੁੱਟੀਆਂ ਹਨ। ਹੁਣ ਅੱਗੇ ਇਸ ਜੀਵ ਨੂੰ ਕੋਈ ਰਸਤਾ ਨਹੀਂ ਸੁੱਝਦਾ। ਬੂੜ ਮੂਏ ਬਿਨ ਪਾਣੀ, ਪਾਣੀ ਤੋਂ ਬਿਨਾਂ ਹੀ ਸਾਧ ਸੰਗਤ ਜੀ ਜੋ ਸੰਸਾਰ ਦੇ ਪਦਾਰਥ ਹਨ, ਜੋ ਅਣਹੋਏ ਹਨ, ਜੀਵ ਇਹਨਾਂ ਵਿੱਚ ਗੁਲਤਾਨ ਹੋਏ ਫਿਰਦੇ ਹਨ। ਕਹਿੰਦੇ ਹਨ ਚਲਤ ਕਤ ਟੇਢੇ ਟੇਢੇ ਟੇਢੇ। ਹੇ ਜੀਵ ਤੂੰ ਕਿਉਂ ਐਵੇਂ ਟੇਢੇ ਭਾਵ ਅਧਰਮ ਦੇ ਕਰਮਾਂ ਵੱਲ ਚੱਲਦਾ ਹੈ, ਕੁਸੰਗਤ ਵੱਲ ਚੱਲਦਾ ਹੈ। ਮਹਾਰਾਜ ਜੀ ਕਹਿੰਦੇ ਹਨ ਪਾਪੀ ਹੀ ਹੈ ਮੈਂ ਕਾਮ ਬਸਾਏ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰ ਰਹੇ ਹਨ। ਇਹ ਜੋ ਜੀਵ ਹੈ ਪਾਪੀ ਹੀ ਹੈ ਮੈਂ, ਜੋ ਇਸ ਦਾ ਜੋ ਹਿਰਦਾ ਹੈ ਜੋ ਪਾਪਾਂ ਨਾਲ ਭਰਿਆ ਹੈ, ਉਸ ਦੇ ਵਿੱਚ ਕਾਮ ਨੇ ਆ ਕੇ ਵਾਸ ਕਰ ਰਿਹਾ ਹੈ। ਹਜੂਰ ਉਮਰ ਦੇ ਨਾਲ ਤਾਂ ਹਜੂਰ ਇਹ ਵਿਸ਼ੇ ਘਟ ਜਾਂਦੇ ਹੋਣਗੇ, ਜਦੋਂ ਬੰਦੇ ਤੇ ਬੁਢਾਪਾ ਆਉਂਦਾ ਹੈ। ਮਹਾਰਾਜ ਜੀ ਜਿਸ ਤਰ੍ਹਾਂ ਅੱਗੇ ਫਰਮਾਉਂਦੇ ਹਨ ਮਨ ਚੰਚਲ, ਉਮਰ ਦੇ ਨਾਲ ਮਨ ਚੰਚਲ ਹੁੰਦਾ ਜਾਂਦਾ ਹੈ। ਜੋ ਸਾਧ ਸੰਗਤ ਜੀ ਜੇ ਬਚਪਨ ਵਿੱਚ ਹੀ ਕੰਟਰੋਲ ਕਰ ਲਿਆ ਜਾਵੇ, ਧਰਮ ਦੇ ਕਰਮ ਵੱਲ ਲਾਇਆ ਜਾਵੇ, ਤਾਂ ਜਵਾਨੀ ਵਿੱਚ ਇੰਨੇ ਵਿਸ਼ੇ ਨਹੀਂ ਤੰਗ ਕਰਦੇ। ਸਾਧ ਸੰਗਤ ਜੀ ਜਿੰਨੇ ਬਚਪਨ ਵਿੱਚ ਹੁੰਦੇ ਹਨ ਜਵਾਨੀ ਵਿੱਚ ਵੱਧ ਜਾਂਦੇ ਹਨ, ਇੱਥੋਂ ਤਿੱਕਰ ਬੁਢੇਪੇ ਵਿੱਚ ਵਿਸ਼ੇ ਹੋਰ ਵੱਧ ਜਾਂਦੇ ਹਨ।
ਫਿਰ ਬੰਦਾ ਸਾਧ ਸੰਗਤ ਜੀ ਜਦੋਂ ਕੰਟਰੋਲ ਨਹੀਂ ਹੁੰਦਾ, ਬੁਢਾਪੇ ਦੇ ਵਿੱਚ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਜਿਵੇਂ ਜਿਵੇਂ ਸੱਪ ਦੀ ਉਮਰ ਵੱਧਦੀ ਹੈ ਉਵੇਂ ਉਵੇਂ ਜ਼ਹਿਰ ਵੱਧਦਾ ਹੈ। ਹਜੂਰ ਕਹਿੰਦੇ ਹਨ ਇਸ ਦਾ ਮਨ ਚੰਚਲ ਹੋਇਆ ਰਹਿੰਦਾ ਹੈ। ਫਿਰ ਸਾਧ ਸੰਗਤ ਜੀ ਜਿਸ ਤਰ੍ਹਾਂ ਮਨ ਚੰਚਲ ਜਾਂ ਤੇ ਗਹਿਓ ਨਾ ਜਾਏ, ਇਹ ਮਨ ਚੰਚਲਤਾਈ ਦੇ ਸਹਿਤ ਹੋ ਜਾਂਦਾ ਹੈ, ਇਸ ਬੰਦੇ ਤੋਂ ਫਿਰ ਪਕੜਿਆ ਨਹੀਂ ਜਾਂਦਾ। ਇਸੇ ਤਰ੍ਹਾਂ ਜਿਸ ਤਰ੍ਹਾਂ ਮਹਾਰਾਜ ਜੀਆਂ ਨੇ ਜ਼ਿਕਰ ਆਉਂਦਾ ਹੈ, ਸਰਮ ਧਰਮ ਦੋਇ ਛਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ। ਇਹ ਕਲਯੁਗ ਦਾ ਸਮਾਂ ਹੈ, ਸ਼ਰਮ ਤੇ ਧਰਮ ਦੋਵੇਂ ਕਿਤੇ ਲੁਕ ਗਏ ਹਨ, ਤੇ ਜੋ ਝੂਠ ਦਾ ਪਸਾਰਾ ਕਲਯੁਗ ਦੇ ਵਿੱਚ ਪ੍ਰਧਾਨ ਬਣ ਕੇ ਜਿਸ ਤਰ੍ਹਾਂ ਸਾਧ ਸੰਗਤ ਜੀ ਖੜ ਗਿਆ ਹੈ, ਜਦੋਂ ਬੰਦਾ ਦੇਖਦਾ ਹੈ ਕਿ ਸੰਗਤ ਵਿੱਚ ਆ ਕੇ ਵੀ ਮੇਰਾ ਮਨ ਨਹੀਂ ਲੱਗਦਾ, ਜਦੋਂ ਦੇਖਦਾ ਹੈ ਫਿਰ ਸਾਧ ਸੰਗਤ ਜੀ ਬੇਵੱਸ ਹੋ ਜਾਂਦਾ ਹੈ, ਧਰਮ ਦੀ ਮਰਿਆਦਾ ਨੂੰ ਵੀ ਲੰਘ ਜਾਂਦਾ ਹੈ, ਸੰਸਾਰ ਦੀ ਮਰਿਆਦਾ ਨੂੰ ਵੀ ਲੰਘ ਜਾਂਦਾ ਹੈ। ਸ਼ਬਦ ਵੀ ਸੁਣ ਕੇ ਬੰਦਾ ਸੋਚਦਾ ਹੈ ਕਿ ਮੇਰਾ ਮਨ ਵਸ ਵਿੱਚ ਨਹੀਂ ਆ ਸਕਦਾ। ਪਰ ਸਾਧ ਸੰਗਤ ਜੀ ਹਜੂਰ ਦੀ ਗੁਰਬਾਣੀ ਜਿਸ ਤਰ੍ਹਾਂ ਦੱਸਦੀ ਹੈ, ਮਹਾਰਾਜ ਜੀਆਂ ਨੇ ਦੱਸਿਆ ਹੈ, ਇੱਕ ਤਾਂ ਇਕੱਲਾ ਨਾ ਰਹੇ ਜਿਸ ਨੂੰ ਵਿਸ਼ੇ ਜ਼ਿਆਦੇ ਤੰਗ ਕਰਦੇ ਹਨ, ਤੇ ਦੂਸਰਾ ਉਹਨਾਂ ਕਾਰਨਾਂ ਤੋਂ ਦੂਰ ਰਹੇ ਜਿਨ੍ਹਾਂ ਕਾਰਨਾਂ ਕਰਕੇ ਇਸ ਨੂੰ ਲੱਗਦਾ ਹੈ ਕਿ ਵਿਸ਼ੇ ਮੇਰੇ ਤੇ ਹਾਵੀ ਹੋਣਗੇ। ਹਜੂਰ ਨੇ ਆਖਿਆ ਹੈ ਫਿਰ ਸ਼ਬਦ ਦੀ ਕਮਾਈ ਕਰੇ। ਇੰਨੀ ਸ਼ਾਂਤੀ ਫਿਰ ਮਿਲਦੀ ਹੈ ਕਿ ਜਦੋਂ ਸਾਧ ਸੰਗਤ ਜੀ ਆਪ ਜੀ ਹਜੂਰ ਦੀ ਗੁਰਬਾਣੀ ਵਿੱਚ ਜੋ ਨਿਤ ਦੇ ਸਤ ਸੰਗੀ ਹਨ, ਗਣਕਾ ਦਾ ਜਿਸ ਤਰ੍ਹਾਂ ਆਪ ਜੀਆਂ ਨੇ ਸੁਣਿਆ ਸੀ, ਮਹਾਪੁਰਸ਼ ਅਚਾਨਚੱਕ ਗਣਕਾ ਵਾੜੇ ਆਏ ਖਲੋਤਾ। ਜਿਸ ਸਮੇਂ ਸਾਧ ਸੰਗਤ ਜੀ ਸ਼ਾਂਤੀ ਨਾਲ ਮਹਾਪੁਰਸ਼ਾਂ ਦਾ ਹਿਰਦਾ ਜਿਸ ਤਰ੍ਹਾਂ ਠੰਡਾ ਸੀ, ਮੱਥੇ ਤੇ ਅਕਾਲ ਪੁਰਖ ਵਾਹਿਗੁਰੂ ਪ੍ਰਗਟ ਸਨ। ਜਿਸ ਸਮੇਂ ਸਾਧ ਸੰਗਤ ਜੀ ਵੇਸ਼ਵਾ ਨੇ ਦਰਸ਼ਨ ਕੀਤੇ, ਹਿਰਦੇ ਨੂੰ ਠੰਡ ਪਈ, ਮਨ ਦੇ ਵਿੱਚ ਸ਼ਰਮ ਆਈ। ਉਸ ਨੂੰ ਕਹਿੰਦੀ ਹੈ ਸਾਰੀ ਉਮਰ ਮੇਰੀ ਇਹਨਾਂ ਵਿਸ਼ਿਆਂ ਵਿੱਚ ਲੰਘ ਗਈ ਹੈ। ਮਹਾਰਾਜ ਜੀਆਂ ਦੀ ਗੁਰਬਾਣੀ ਜਿਸ ਤਰ੍ਹਾਂ ਜ਼ਿਕਰ ਕਰਦੀ ਹੈ, ਜਿਹੇ ਸਿਮਰਤ ਗਨਕਾ ਸੀ ਉਦਰੀ, ਤਾ ਕੋ ਜਸ ਔਰ ਧਾਰੋ। ਮਹਾਰਾਜ ਜੀ ਕਹਿੰਦੇ ਹਨ ਕਿ ਉਸ ਕਾਲ ਪੁਰਖ ਵਾਹਿਗੁਰੂ ਦਾ ਜਸ ਹਿਰਦੇ ਵਿੱਚ ਧਾਰਨ ਕਰ ਲਾ। ਦੁਰਮਤ ਦੇਖ ਦਿਆਲ ਹੋਏ। ਉਸ ਦੀ ਮਾੜੀ ਜਿਸ ਤਰ੍ਹਾਂ ਹਾਲਤ ਦੇਖ ਕੇ ਦਿਆਲ ਦਇਆ ਦੇ ਘਰ ਵਿੱਚ ਮਹਾਂਪੁਰਸ਼ ਆ ਗਏ ਤਾਂ ਉਸ ਨੂੰ ਨਾਮ ਦਿੱਤਾ। ਉਸ ਵੇਸ਼ਵਾ ਦਾ ਵੀ ਉਧਾਰ ਹੋ ਗਿਆ। ਹਜੂਰ ਕਹਿੰਦੇ ਹਨ ਜਦੋਂ ਐਸੀ ਤੀਬਰਤਾ ਦੇ ਨਾਲ, ਐਸੀ ਤਾਂਘ ਦੇ ਨਾਲ ਤੂੰ ਨਾਮ ਜਪੇਗਾ, ਤੇਰੇ ਵਿੱਚ ਵੀ ਸ਼ਾਂਤੀ ਦੇ ਤੱਤ ਆਉਣਗੇ। ਐਸੇ ਸਾਧੂ ਮਹਾਂਪੁਰਸ਼ ਹੁੰਦੇ ਹਨ ਸਾਧ ਸੰਗਤ ਜੀ, ਉਹਨਾਂ ਦੇ ਦਰਸ਼ਨ ਕਰਦੇ ਤਪਦਿਆਂ ਹਿਰਦਿਆਂ ਨੂੰ ਠੰਡ ਪੈਂਦੀ ਹੈ। ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਕਬੀਰ ਸੰਤ ਨਾ ਛਾਡੈ ਸੰਤਗੀ, ਜੋ ਕੋਟਕ ਮਿਲੈ ਅਸੰਤ, ਮਲਿਆਗਰ ਭਯੰਗਮ ਬੇਡਿਓ, ਤਾਂ ਸੀਤਲਤਾ ਨਾ ਤਜੰਤ। ਐਸੇ ਫਿਰ ਉਹ ਸੰਤ ਹੁੰਦੇ ਹਨ। ਮਹਾਰਾਜ ਜੀਆਂ ਦੀ ਬਾਣੀ ਕਹਿੰਦੀ ਹੈ ਫਿਰ ਉਹ ਆਪਣੀ ਮਰਿਆਦਾ ਨਹੀਂ ਛੱਡਦੇ, ਚਾਹੇ ਕਰੋੜਾਂ ਹੀ ਉਸ ਨੂੰ ਸਾਧ ਸੰਗਤ ਜੀ ਮਾੜੇ ਬੰਦੇ ਆ ਕੇ ਮਿਲ ਜਾਣ, ਉਹ ਉਹਨਾਂ ਨੂੰ ਵੀ ਸੰਤ ਬਣਾ ਦਿੰਦੇ ਹਨ। ਜਿਸ ਤਰ੍ਹਾਂ ਚੰਦਨ ਦਾ ਰੁੱਖ ਦਾ ਪ੍ਰਮਾਣ ਦੇ ਕੇ ਮਹਾਰਾਜ ਜੀ ਕਹਿੰਦੇ ਹਨ, ਚੰਦਨ ਦੇ ਰੁੱਖ ਨੂੰ ਸਾਧ ਸੰਗਤ ਜੀ ਸੱਪ ਆ ਕੇ ਲਪੇਟੇ ਮਾਰਦੇ ਹਨ, ਪਰ ਚੰਦਨ ਕਦੇ ਸੱਪਾਂ ਦੀ ਜੋ ਮਾੜੀ ਜ਼ਹਿਰ ਕਦੇ ਗ੍ਰਹਿਣ ਨਹੀਂ ਕਰਦਾ, ਸਗੋਂ ਸੱਪਾਂ ਨੂੰ ਵੀ ਠੰਡ ਪਹੁੰਚਾਉਂਦਾ ਹੈ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਹਨ ਜੋ ਸ਼ਬਦ ਦੀ ਕਮਾਈ ਕਰਦੇ ਹਨ ਮਹਾਂਪੁਰਸ਼, ਚਾਹੇ ਉਹ ਮਾੜੀ ਜਗ੍ਹਾ ਤੇ ਵੀ ਚਲੇ ਜਾਣ, ਵੈਸੇ ਤਾਂ ਜਾਂਦੇ ਹੀ ਨਹੀਂ, ਉਹ ਆਪਣਾ ਸੰਤ ਪੁਣਾ ਨਹੀਂ ਛੱਡਦੇ। ਮਹਾਰਾਜ ਜੀ ਕਹਿ ਰਹੇ ਹਨ, ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਮਨ ਚੰਚਲ ਜਾਂ ਤੇ ਗਹਿਓ ਨਾ ਜਾਏ। ਮਹਾਰਾਜ ਜੀ ਕਹਿੰਦੇ ਹਨ ਇਹ ਮਨ ਚੰਚਲ ਹੈ। ਇਸ ਤੋਂ ਹਜੂਰ ਕਹਿੰਦੇ ਹਨ ਮਹਾਰਾਜ ਜੀ ਜਾਂ ਤੇ ਗਹਿਓ ਨਾ ਜਾਏ। ਇਸ ਮਨ ਤੋਂ ਫਿਰ ਅਕਾਲ ਪੁਰਖ ਵਾਹਿਗੁਰੂ ਦਾ ਉਪਦੇਸ਼ ਪਕੜਿਆ ਨਹੀਂ ਜਾਂਦਾ। ਰਹਾਉ ਵਿਸ਼ਰਾਮ ਦੇ ਕੇ ਜਿਸ ਤਰ੍ਹਾਂ ਗੁਰਸਿੱਖਾਂ ਨੇ ਆਖਿਆ, ਮਹਾਰਾਜ ਜੀ ਜੋ ਜੋਗੀ ਹਨ, ਜੋ ਸੰਨਿਆਸ ਜਿਨ੍ਹਾਂ ਨੇ ਧਾਰਨ ਕੀਤਾ ਹੈ ਹਜੂਰ, ਉਹ ਤਾਂ ਬਚ ਗਏ ਹੋਣਗੇ। ਮਹਾਰਾਜ ਜੀ ਜੋ ਜੰਗਮ ਹਨ, ਮਹਾਰਾਜ ਜੀ ਏਡੇ ਏਡੇ ਜਤੀ, ਕਈ ਸਾਧ ਸੰਗਤ ਜੀ ਲੰਗੋਟ ਨੂੰ ਵੀ ਜਿੰਦਰੇ ਮਾਰ ਕੇ ਰੱਖਦੇ ਹਨ ਕਿ ਅਸੀਂ ਜਤੀ ਰਹੀਏ। ਮਹਾਰਾਜ ਜੀ ਉਹ ਤਾਂ ਬਚ ਗਏ ਹੋਣਗੇ। ਹਜੂਰ ਕਹਿੰਦੇ ਹਨ, ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਇਹ ਫਾਸ,
ਮਹਾਰਾਜ ਜੀ ਕਹਿੰਦੇ ਹਨ, ਜਿੰਨੇ ਵੀ ਜੋਗੀ ਹਨ, ਜੰਗਮ ਹਨ ਜਾਂ ਸੰਨਿਆਸੀ ਹਨ, ਇਸ ਕਾਮ ਨੇ ਕਿਸੇ ਨੂੰ ਵੀ ਨਹੀਂ ਛੱਡਿਆ। ਗੁਰਸਿੱਖੋ, ਸਾਰਿਆਂ ਤੇ ਹੀ ਇਸ ਕਾਮ ਦੀ ਫਾਹੀ ਹੈ। ਜਿਸ ਤਰ੍ਹਾਂ ਸਾਧ ਸੰਗਤ ਜੀ ਉਹ ਅਮਰੂ ਰਾਜੇ ਦਾ ਜਿਸ ਤਰ੍ਹਾਂ ਜ਼ਿਕਰ ਆਉਂਦਾ ਹੈ, ਜੋ ਇਹ ਮਛਿੰਦਰ ਨਾਥ ਸੀ, ਐਡਾ ਨਾਥ, ਇਸ ਨੇ ਕਿੰਨੀਆਂ ਸਿੱਧੀਆਂ ਸਨ ਇਸ ਵਿੱਚ। ਜਿਸ ਤਰ੍ਹਾਂ ਪਦਮਣੀ ਜਾਤੀ ਦੀਆਂ ਇਸਤਰੀਆਂ ਮੰਨੀਆਂ ਜਾਂਦੀਆਂ ਸਨ। ਸਿੰਗਲਾਦੀਪ ਦੇ ਸਾਧ ਸੰਗਤ ਜੀ, ਉੱਥੋਂ ਦਾ ਰਾਜਾ ਅਮਰੂ ਸੀ। ਜਿਸ ਸਮੇਂ ਉਸ ਦੇ ਆਪਣੀ ਦੇਹ ਦੀ ਭਾਵ ਪ੍ਰਾਣ ਉਸਨੇ ਤਿਆਗੇ। ਇਧਰ ਮਛਿੰਦਰ ਨਾਥ, ਇੰਨੀਆਂ ਸ਼ਕਤੀਆਂ ਸਾਧ ਸੰਗਤ ਜੀ ਨਾਮ ਜਪ ਕੇ ਇਸ ਨੇ ਪ੍ਰਾਪਤ ਕੀਤੀਆਂ। ਪਰ ਕਦੇ ਸਾਧ ਸੰਗਤ ਜੀ ਇਸ ਨੇ ਆਪਣਾ ਉਹ ਸਰੀਰ ਇਧਰ ਬਰਫੀਲੀਆਂ ਪਹਾੜੀਆਂ ਵਿੱਚ ਛੱਡ ਕੇ ਆਪ ਅਮਰੂ ਰਾਜੇ ਦੀ ਦੇਹ ਵਿੱਚ ਜਿਸ ਤਰ੍ਹਾਂ ਜਾ ਪ੍ਰਵੇਸ਼ ਕੀਤਾ ਇਸਤਰੀਆਂ ਨੂੰ ਭੋਗਣ ਵਾਸਤੇ। ਜਿਸ ਸਮੇਂ ਸਾਧ ਸੰਗਤ ਜੀ ਇਹਨੂੰ ਪਤਾ ਲੱਗਾ ਗੋਰਖਨਾਥ ਨੂੰ ਕਿ ਮੇਰਾ ਗੁਰੂ ਤਾਂ ਉਧਰ ਭਾਵ ਵਿਸ਼ੇ ਭੋਗ ਰਿਹਾ ਹੈ, ਉਧਰ ਮਛਿੰਦਰ ਨਾਥ ਨੇ ਅਮਰੂ ਰਾਜੇ ਦੀ ਦੇਹ ਵਿੱਚ ਪ੍ਰਵੇਸ਼ ਕੀਤਾ ਸੀ। ਆਪਣੇ ਰਾਜ ਵਿੱਚ ਇਹ ਜਿਸ ਤਰ੍ਹਾਂ ਐਲਾਨ ਕਰ ਦਿੱਤਾ ਸੀ, ਕੋਈ ਕੰਨ ਪਾਟਾ ਜੋਗੀ ਨਹੀਂ ਮੇਰੇ ਰਾਜ ਵਿੱਚ ਆਉਣਾ ਚਾਹੀਦਾ, ਕਿਉਂਕਿ ਜੇ ਜੋਗੀ ਆਇਆ ਉਸ ਨੂੰ ਪਤਾ ਲੱਗ ਜਾਣਾ ਹੈ। ਜਿਸ ਸਮੇਂ ਗੋਰਖ ਨੇ ਦੇਖਿਆ, ਫਿਰ ਉਹ ਗਾਉਣ ਵਾਲਿਆਂ ਦੇ ਨਾਲ ਉੱਪਰ ਪੱਗ ਬੰਨ੍ਹ ਕੇ ਕੰਨਾਂ ਤੋਂ ਜਿਸ ਤਰ੍ਹਾਂ ਗਿਆ, ਜਾ ਕੇ ਉਸਨੇ ਜਿਸ ਤਰ੍ਹਾਂ ਗੀਤ ਗਾਇਆ, ਜਾਗ ਮਛਿੰਦਰ ਗੋਰਖ ਆਏ, ਉਸੇ ਸਮੇਂ ਹੀ ਅਮਰੂ ਰਾਜੇ ਦੀ ਦੇਹ ਤਖਤ ਤੇ ਪਈ ਲੁੜਕ ਗਈ। ਇਧਰ ਬਰਫੀਲੀਆਂ ਪਹਾੜੀਆਂ ਵਿੱਚ ਜਦੋਂ ਜਿਸ ਤਰ੍ਹਾਂ ਸਾਧ ਸੰਗਤ ਜੀ ਬੜਾ ਸ਼ਰਮਿੰਦਾ ਹੋਇਆ ਕਿ ਮੇਰਾ ਚੇਲਾ ਜਤੀ ਹੈ, ਮੈਂ ਕਿਹੜੇ ਕੰਮ ਕਰ ਰਿਹਾ ਸਾਂ। ਉਸ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਪਾਸ ਇਹ ਗੋਰਖਨਾਥ ਆਪਣੇ ਗੁਰੂ ਮਛਿੰਦਰ ਨਾਥ ਨੂੰ ਲੈ ਕੇ ਆਇਆ ਸੀ। ਹਜੂਰ ਨੇ ਜਿਸ ਤਰ੍ਹਾਂ ਕਿਹਾ ਸੀ, ਸੁਣ ਮਾਛਿੰਦਰਾ ਨਾਨਕ ਬੋਲੈ, ਵਸਗਤ ਪੰਚ ਕਰੈ ਨਹਿ ਡੋਲੈ। ਇਹ ਮਛਿੰਦਰ ਨਾਥ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੇ ਉਪਦੇਸ਼ ਦਿੱਤਾ ਸੀ ਕਿ ਇਹਨਾਂ ਪੰਜਾਂ ਨੂੰ ਵਸਗਤ ਕਰਨਾ ਸੀ, ਕਦੇ ਡੋਲਣਾ ਨਹੀਂ। ਸਾਧ ਸੰਗਤ ਜੀ, ਜੇ ਗਿਆਨ ਪੜ੍ਹਿਆ ਹੋਵੇ ਪਰ ਜੇ ਕਮਾਈ ਨਾ ਕੀਤੀ ਹੋਵੇ, ਐਸਾ ਗਿਆਨ ਰੁੜ ਜਾਇਆ ਕਰਦਾ ਹੈ। ਮਹਾਰਾਜ ਜੀ ਕਹਿੰਦੇ ਹਨ, ਜੋਗੀ ਜੰਗਮ ਅਰ ਸੰਨਿਆਸ, ਸਭ ਹੀ ਪਰ ਡਾਰੀ ਇਹ ਫਾਸ। ਕਿਸੇ ਨੂੰ ਵੀ ਗੁਰਸਿੱਖੋ ਇਸ ਨੇ ਨਹੀਂ ਛੱਡਿਆ। ਜਿਹੇ ਜਿਹੇ ਹਰ ਕੋ ਨਾਮ ਸਮਾਰ, ਤੇ ਭਵ ਸਾਗਰ ਉਤਰੇ ਪਾਰ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਜਿਨ੍ਹਾਂ ਨੇ ਵੀ ਫਿਰ ਹਜੂਰ ਦੇ ਨਾਮ ਦੀ ਓਟ ਲਈ ਹੈ, ਗੁਰਸਿੱਖਾਂ ਨੇ ਆਖਿਆ ਹੈ, ਮਹਾਰਾਜ ਜੀ ਕਿਰਪਾ ਕਰੋ, ਇਸ ਤੋਂ ਕਿਵੇਂ ਬਚਿਆ ਜਾਵੇ। ਹਜੂਰ ਕਹਿੰਦੇ ਹਨ, ਜਿਨ੍ਹਾਂ ਨੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੰਭਾਲਿਆ ਹੈ, ਉਹ ਇਸ ਭੈਦਾਇਕ ਸੰਸਾਰ ਤੋਂ ਪਾਰ ਹੋ ਗਏ ਹਨ। ਮਹਾਰਾਜ ਜੀ ਕਹਿੰਦੇ ਹਨ, ਜਨ ਨਾਨਕ ਹਰ ਕੀ ਸਰਣ ਆਏ, ਦੀਜੈ ਨਾਮ ਰਹਿ ਗੁਣ ਗਾਏ। ਗੁਰਸਿੱਖੋ, ਹਰ ਸਮੇਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰਿਆ ਕਰੋ, ਮਹਾਰਾਜ ਜੀ ਆਪ ਜੀ ਸਾਨੂੰ ਆਪਣੀ ਸ਼ਰਨ ਵਿੱਚ ਹਜੂਰ ਰੱਖ ਲਵੋ। ਜਿਸ ਤਰ੍ਹਾਂ ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਆਂ ਨੂੰ ਸਾਧ ਸੰਗਤ ਜੀ ਪੰਡਤ ਹਰੀ ਲਾਲ ਕ੍ਰਿਸ਼ਨ ਲਾਲ ਪੁੱਛਦੇ ਹਨ, ਮਹਾਰਾਜ ਜੀ ਸਾਨੂੰ ਕੁਝ ਕਾਮ ਬਾਰੇ ਦੱਸੋ। ਹਜੂਰ ਨੇ ਦੱਸਿਆ ਸੀ ਕਿ ਇਹ ਕਾਮ ਦਾ ਕਿੰਨਾ ਜ਼ੋਰ ਹੈ। ਹੇ ਕਾਮੰ ਨਰਕ ਬਿਸਰਾਮੰ। ਮਹਾਰਾਜ ਜੀ ਸਿੱਧੇ ਕਾਮ ਨੂੰ ਸੰਬੋਧਿਤ ਹੋ ਕੇ ਮਾਨੋ ਕਿ ਕਹਿ ਰਹੇ ਹਨ, ਹੇ ਕਾਮ ਤੂੰ ਤਾਂ ਜੀਵਾਂ ਨੂੰ ਨਰਕ ਦੇ ਵਿੱਚ ਵਿਸ਼ਰਾਮ ਦੇਣ ਵਾਲਾ ਹੈ। ਮਹਾਰਾਜ ਜੀ ਕੀ ਕਰਦਾ ਹੈ, ਜ਼ੋਰ ਕਿੰਨਾ ਹੈ ਇਸ ਕਾਮ ਦਾ। ਮਹਾਰਾਜ ਜੀ ਕਹਿੰਦੇ ਹਨ, ਚਿੱਤ ਹਰਣੰ, ਇਹ ਚਿੱਤ ਨੂੰ ਚਰਾ ਲੈਂਦਾ ਹੈ। ਤ੍ਰੈ ਲੋਕ ਗਮਯੰ, ਇਸ ਦੀ ਗਮਤਾ ਗੁਰਸਿੱਖੋ ਤਿੰਨਾਂ ਲੋਕਾਂ ਦੇ ਵਿੱਚ ਹੈ। ਇਸ ਨੇ ਤਾਂ ਆਕਾਸ਼ ਦੇ ਵਿੱਚ ਦੇਵੀ ਦੇਵਤਿਆਂ ਨੂੰ ਵੀ ਨਹੀਂ ਛੱਡਿਆ। ਹਜੂਰ ਕਰਦਾ ਕੀ ਹੈ, ਇਹ ਕਾਮ ਸਾਧ ਸੰਗਤ ਜੀ ਜਪ ਤਪ ਸੀਲ ਵਿਦਾਰਣ ਹੈ। ਮਹਾਰਾਜ ਜੀ ਕਹਿੰਦੇ ਹਨ, ਕੀਤੇ ਹੋਏ ਜਪ ਕੀਤੇ ਹੋਏ ਤਪ ਸਭ ਨਾਸ਼ ਕਰ ਦਿੰਦਾ ਹੈ। ਅਲਪ ਸੁਖ ਅਵਿਤ ਚੰਚਲ, ਊਚ ਨੀਚ ਸਮਾਵਣ ਹੈ। ਮਹਾਰਾਜ ਜੀ ਕਹਿੰਦੇ ਹਨ, ਇਸ ਮਨ ਨੂੰ ਇਹ ਚੰਚਲ ਕਰ ਦਿੰਦਾ ਹੈ, ਥੋੜਾ ਸੁਖ ਹੁੰਦਾ ਹੈ। ਹਜੂਰ ਇਸ ਨੇ ਕਿਸੇ ਨੂੰ ਵੀ ਨਹੀਂ ਛੱਡਿਆ। ਹਜੂਰ ਇਸ ਤੋਂ ਬਚਣ ਦਾ ਕੀ ਕਾਰਨ ਹੈ। ਉਸ ਸਮੇਂ ਹਜੂਰ ਨੇ ਫਰਮਾਇਆ ਸੀ, ਤਵ ਭੈ ਬਮੁੰਚਤ ਸਾਧ ਸੰਗਮ, ਓਟ ਨਾਨਕ ਨਾਰਾਇਣ ਹੈ। ਮਹਾਰਾਜ ਜੀ ਕਹਿੰਦੇ ਹਨ, ਇਸ ਕਾਮ ਦਾ ਜੋ ਭੈ ਹੈ, ਇਸ ਨੂੰ ਬਿਮੁੰਚਣ ਭਾਵ ਨਾਸ਼ ਕਰ ਦਿੰਦੀ ਹੈ ਹਜੂਰ ਦੀ ਸਤ ਸੰਗਤ। ਸਾਧ ਸੰਗਤ ਜੀ, ਜਦੋਂ ਜੰਗਲ ਵਿੱਚ ਅੱਗ ਲੱਗੀ ਹੋਵੇ,
ਭੱਜ ਕੇ ਜੇ ਤਲਾਬ ਵਿੱਚ ਵੜ ਜਾਈਏ ਤਾਂ ਬਚਾਅ ਹੋ ਜਾਂਦਾ ਹੈ। ਹਜੂਰ ਕਹਿੰਦੇ ਹਨ, ਇਹ ਸੰਸਾਰ ਅੱਗ ਦੀ ਨਿਆਈ ਤਪ ਰਿਹਾ ਹੈ, ਸਾਧ ਸੰਗਤ ਨਿਰਮਲ ਜਲ ਦੀ ਨਿਆਈ ਹੈ। ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਿਰਪਾ ਕਰਦੇ ਹਨ। ਜਨ ਨਾਨਕ ਹਰ ਕੀ ਸਰਣ ਆਏ। ਮਹਾਰਾਜ ਜੀ ਅਸੀਂ ਜਨ ਭਾਵ ਆਪ ਜੀਆਂ ਦੀਆਂ ਇਸਤਰੀਆਂ ਹਜੂਰ ਆਪ ਜੀਆਂ ਦੀ ਸ਼ਰਨ ਵਿੱਚ ਆਈਆਂ ਹਨ। ਓਟ ਆਸਰਾ ਤੱਕ ਕੇ ਹਜੂਰ ਆਪਣੀ ਸ਼ਰਨ ਸਾਨੂੰ ਦਿਓ, ਤੀਜਾ ਨਾਮ ਰਹਿ ਗੁਣ ਗਾਏ। ਹਜੂਰ ਆਪਣੇ ਨਾਮ ਦਾ ਨਿਸ਼ਾਨ ਸਾਡੇ ਮਸਤਕ ਤੇ ਪਾ ਦਵੋ, ਅਸੀਂ ਵੀ ਆਪ ਜੀਆਂ ਦੇ ਸਦਾ ਗੁਣ ਗਾਉਂਦੇ ਰਹੀਏ। ਜਿਸ ਤਰ੍ਹਾਂ ਸਾਧ ਸੰਗਤ ਜੀ ਹਜੂਰ ਨੇ ਅਰਦਾਸ ਕਰਨ ਦੀ ਵਿਧੀ ਦੱਸੀ ਹੈ। ਜਨ ਗਰੀਬ ਕੋ ਜੋਰ ਨਾ ਪਹੁੰਚੇ, ਕਹਾ ਕਰੋ ਰਗਰਾਇਆ। ਹਜੂਰ ਸਾਡੇ ਗਰੀਬਾਂ ਦਾ ਜੋਰ ਨਹੀਂ ਚੱਲਦਾ, ਕੀ ਕੀਤਾ ਜਾਵੇ। ਉਸ ਸਮੇਂ ਹਜੂਰ ਨੇ ਦੱਸਿਆ ਸੀ, ਪ੍ਰੇਮ ਪਲੀਤਾ ਸੁਰਤ ਹਵਾਈ, ਗੋਲਾ ਗਿਆਨ ਚਲਾਇਆ। ਇਸ ਪ੍ਰੇਮ ਦਾ ਪਲੀਤਾ ਜੋ ਸੁਰਤ ਹੈ, ਇਸ ਨੂੰ ਤੋਪ ਬਣਾ ਕੇ ਤੇ ਗਿਆਨ ਦਾ ਜਦੋਂ ਗੁਰਸਿੱਖੋ ਗੋਲਾ ਛੱਡੋਗੇ, ਮਹਾਰਾਜ ਜੀ ਕਹਿੰਦੇ ਹਨ, ਫਿਰ ਇਸ ਜੋ ਮਨ ਹੈ, ਜੋ ਮਨ ਰੂਪੀ ਰਾਜਾ, ਇਸ ਨੂੰ ਤੁਸੀਂ ਜਿੱਤ ਲਵੋਗੇ। ਮਹਾਰਾਜ ਜੀ ਕਿਰਪਾ ਕਰਨ। ਪੰਜ ਸਤਾਵੈ ਦੂਤ ਕਵਣ ਬਿਦ ਮਾਰਨੇ। ਗੁਰਸਿੱਖਾਂ ਨੇ ਪੁੱਛਿਆ ਸੀ, ਹਜੂਰ ਇਹ ਪੰਜ ਬੜੇ ਤੰਗ ਕਰਦੇ ਨੇ, ਕਿਹੜੀ ਵਿਧੀ ਨਾਲ ਮਾਰੇ ਜਾਣ। ਤਾਂ ਹਜੂਰ ਨੇ ਕਿਹਾ ਸੀ, ਤੀਖਣ ਬਾਣ ਚਲਾਏ, ਨਾਮ ਪ੍ਰਭ ਧਿਆਈਐ। ਇਹ ਤਿੱਖੇ ਤਿੱਖੇ ਬਾਣ ਹਜੂਰ ਦੀ ਸਤ ਸੰਗਤ ਕਰਨੀ, ਸੇਵਾ ਕਰਨੀ, ਕਥਾ ਕੀਰਤਨ ਸੁਣਨਾ, ਇਹ ਗੁਰਸਿੱਖੋ ਤਿੱਖੇ ਬਾਣ ਹਨ। ਮਹਾਰਾਜ ਜੀ ਕਹਿੰਦੇ ਹਨ, ਇਹ ਤਿੱਖੇ ਬਾਣ ਛੱਡਣੇ ਚਾਹੀਦੇ ਹਨ। ਤੀਰ ਮਹਾਰਾਜ ਜੀਆਂ ਦਾ ਨਾਮ ਧਿਆਉਣਾ ਚਾਹੀਦਾ ਹੈ। ਇਸੇ ਤਰ੍ਹਾਂ ਹਜੂਰ ਨੇ ਕਿਹਾ ਸੀ, ਪਹਿਰ ਸਮਾਧ ਸਨਾਹ, ਗਿਆਨ ਹੈ ਆਸਨ ਚੜਿਓ। ਗੁਰਸਿੱਖੋ ਸਦਾ ਸਮਾਧੀ ਦੀ ਸਨਾਹ ਬੁਲਟ ਪ੍ਰੂਫ ਜੈਕਟ ਪਾ ਕੇ ਰੱਖਣੀ। ਗਿਆਨ ਹੈ ਘੋੜੇ ਨੂੰ ਕਹਿੰਦੇ ਹਨ, ਗਿਆਨ ਦੇ ਘੋੜੇ ਤੇ ਸਦਾ ਸਵਾਰ ਰਹਿਣਾ। ਐਸੇ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ। ਸਾਧ ਸੰਗਤ ਜੀ ਹਜੂਰ ਦਾ ਜਸ ਗਾਉਂਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਹਜੂਰ ਬਖਸ਼ਣ ਹਨ, ਯੋਗ ਹਨ, ਬਖਸ਼ ਦੇਣ। ਮਹਾਰਾਜ ਜੀ ਕਿਰਪਾ ਕਰਨ, ਅੱਗੇ ਤੋਂ ਬਲ ਬੁੱਧ ਸਮਰੱਥਾ ਬਖਸ਼ਣ। ਦੋ ਪੰਕਤੀਆਂ ਪੜ੍ਹ ਕੇ ਸਮਾਪਤੀ ਹੈ ਜੀ। ਜਨ ਨਾਨਕ ਹਰ ਕੀ ਸਰਣ ਆਏ, ਦੀਜੈ ਨਾਮ ਰਹਿ ਗੁਣ ਗਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੂੰ ਭਾਈ ਕਰਨਵੀਰ ਸਿੰਘ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਥਾ ਵਿਚਾਰ ਦੁਆਰਾ ਨਿਹਾਲ ਕਰ ਰਹੇ ਸਨ। ਇੱਕ ਸਾਧ ਸੰਗਤ ਜੀ ਜ਼ਰੂਰੀ ਬੇਨਤੀ ਇਹ ਹੈ ਕਿ ਆਪ ਜਿਤਨੇ ਵੀ ਸੰਗਤ ਗੁਰੂ ਦਰਬਾਰ ਵਿੱਚ ਜੁੜ ਮਿਲ ਬੈਠੇ ਹੋ, ਗੁਰਦੁਆਰਾ ਸਾਹਿਬ ਦੇ ਨੀਚੇ ਜੋ ਲੰਗਰ ਹਾਲ ਹੈ, ਉੱਥੇ ਸਾਧ